ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, ਇਸ ਤੋਂ ਪਹਿਲਾਂ ਕਿ ਅਸੀਂ ਆਪਣੀ ਡਿਸਕਸ਼ਨ ਸ਼ੁਰੂ ਕਰੀਏ, ਆਪਾਂ ਹਾਲ ਦੇਖ ਲਈਏ ਦੁਨੀਆ ਦਾ ਕੀ ਹੈ। ਕਰੋਨਾ ਦੇ ਹਵਾਲੇ ਨਾਲ 44,46,000 ਲੋਕ ਜਿਹੜੇ ਨੇ ਹੁਣ ਕਰੋਨਾ ਨਾਲ ਪੀੜਤ ਨੇ ਸਾਰੀ ਦੁਨੀਆ 'ਚ, ਤੇ 2,98,000 ਇਸ ਦੁਨੀਆ ਤੋਂ ਜਾ ਚੁੱਕੇ ਨੇ। 16 ਲੱਖ ਠੀਕ ਵੀ ਹੋਏ ਨੇ। ਤੇ ਦੂਜੇ ਪਾਸੇ ਜੇ ਇੰਡੀਆ ਦਾ ਹਾਲ ਦੇਖੀਏ, ਭਾਰਤ ਵਿੱਚ 78,823 ਕਰੋਨਾ ਪੇਸ਼ੈਂਟ ਨੇ। 2,564 ਮੌਤਾਂ ਭਾਰਤ 'ਚ ਹੋ ਚੁੱਕੀਆਂ ਨੇ ਤੇ ਨਾਲ 26,684 ਠੀਕ ਵੀ ਹੋਏ ਨੇ। ਪੰਜਾਬ ਦੇ ਵਿੱਚ 2 ਦਿਨ ਤੋਂ ਠੀਕ ਖਬਰਾਂ ਆ ਰਹੀਆਂ ਨੇ। ਹਾਲੇ ਤੱਕ ਉਹੀ ਅੰਕੜਾ ਹੈ 19,500 ਔਰ 33 ਮੌਤਾਂ ਤੇ 200 ਠੀਕ ਹੋਏ ਨੇ। ਤੇ ਜਿਹੜੀ ਗੱਲ ਅਸੀਂ ਅੱਜ ਕਰਨੀ ਹੈ ਉਹ ਤੁਹਾਨੂੰ ਪਤਾ ਹੈ ਕਿ ਸ਼ਰਾਬ। ਤੇ ਮੈਂ ਅੱਜ ਜਦੋਂ ਇਹ ਪ੍ਰੋਗਰਾਮ ਦੇ ਬਾਰੇ ਸੋਚ ਰਿਹਾ ਸੀ ਤਾਂ ਮੈਨੂੰ ਲੱਗ ਰਿਹਾ ਸੀ ਕਿ ਪਹਿਲਾਂ ਤਾਂ ਇਹ ਕਹਿੰਦੇ ਸੀ ਨਾ ਲੋਕ ਸ਼ਰਾਬ ਪੀ ਕੇ ਲੜਦੇ ਨੇ, ਪਰ ਹੁਣ ਤਾਂ ਇਉਂ ਲੱਗਣ ਲੱਗ ਗਿਆ ਸ਼ਰਾਬ ਦੇ ਨਾਂ ਤੇ ਵੀ ਲੜਾਈਆਂ ਸ਼ੁਰੂ ਹੋ ਗਈਆਂ। ਔਰ ਲੜਾਈ ਵੀ ਐਸੀ ਜਿਵੇਂ ਉਹ ਹੁੰਦੀ ਹੈ ਨਾ WWF, ਪਤਾ ਹੀ ਨਹੀਂ ਲੱਗਦਾ ਕੌਣ ਕਿਹਦੇ ਨਾਲ ਲੜ ਰਿਹਾ, ਕੌਣ ਕਿਹਦੇ ਮਾਰ ਰਿਹਾ, ਕੀ ਹੋ ਰਿਹਾ। ਕਦੇ ਲੱਗਦਾ ਕਿ ਮੰਤਰੀਆਂ ਦਾ ਚੀਫ ਸਕੱਤਰ ਨਾਲ ਰੌਲਾ ਹੈ, ਕਦੇ ਪਤਾ ਲੱਗਦਾ ਇੱਕ ਮੰਤਰੀ ਦੂਜੇ ਮੰਤਰੀ ਦੇ ਘਰ ਜਾ ਕੇ ਉਹਨੂੰ ਧਮਕਾ ਦਿੰਦਾ ਹੈ, ਤੇ ਫਿਰ ਮੰਤਰੀ ਇਕੱਠੇ ਹੋ ਜਾਂਦੇ ਨੇ, MLA ਆ ਜਾਂਦੇ ਨੇ ਕਿ ਸਾਡੇ ਭਾਈਚਾਰੇ ਦੇ ਮੰਤਰੀ ਨੂੰ ਤੂੰ ਕਿਵੇਂ ਕਹਿਤਾ। ਬੜਾ ਕੁਝ ਚੱਲ ਰਿਹਾ ਇਹਨਾਂ ਦਿਨਾਂ ਵਿੱਚ, ਪਰ ਜੋ ਵੀ ਕੁਝ ਹੋਵੇ ਬਿੱਲੀ ਥੱਲੇ ਤੋਂ ਬਾਹਰ ਆ ਗਈ, ਇਹ ਗੱਲ ਮੰਨਣੀ ਪਊ। ਤੇ ਦੂਜੀ ਗੱਲ, ਜਿਸ ਤਰ੍ਹਾਂ ਮੁੱਖ ਸਕੱਤਰ ਦਾ ਪਤਾ ਲੱਗਿਆ, ਚਾਹੇ ਉਹ MLA ਨੇ ਨਸ਼ਰ ਕੀਤਾ ਜਾਂ ਉਹਦੀ ਇਨਕਮ ਟੈਕਸ ਦੀ ਰਿਟਰਨ ਤੋਂ ਪਤਾ ਲੱਗਿਆ ਕਿ ਇਸ ਹਮਾਮ 'ਚ ਸਭ ਇੱਕੋ ਜਿਹੇ ਨੇ, ਸਭ ਨੰਗੇ ਨੇ ਔਰ ਸਾਰੇ ਲਗਭਗ ਸ਼ੀਸ਼ੇ ਦੇ ਘਰਾਂ 'ਚ ਰਹਿ ਰਹੇ ਨੇ। ਤੇ ਜਦੋਂ ਮੈਂ ਸ਼ਰਾਬ ਬਾਰੇ ਦੇਖ ਰਿਹਾ ਸੀ ਤਾਂ ਮੈਨੂੰ ਇਹ ਅੰਕੜਾ ਮਿਲਿਆ ਕਿ ਪਿਛਲੇ 3 ਵਰ੍ਹਿਆਂ ਦੇ ਵਿੱਚ ਸਰਕਾਰ ਨੇ 15,407 ਕਰੋੜ ਕਮਾਏ ਨੇ ਸ਼ਰਾਬ ਤੋਂ। ਤੇ ਜਦੋਂ ਇਹਨਾਂ ਦੀ ਪਹਿਲੀ ਸਰਕਾਰ ਸੀ 2002 ਤੋਂ 2007, ਉਦੋਂ ਕੈਪਟਨ ਸਾਹਿਬ ਦੀ ਸਰਕਾਰ ਨੇ 7,326 ਕਰੋੜ ਕਮਾਏ ਸੀ। ਤੇ ਉਸ ਸਮੇਂ ਹਰ ਰੋਜ਼ 4 ਕਰੋੜ 1 ਲੱਖ ਰੁਪਏ ਦੀ ਸ਼ਰਾਬ ਵਿਕਦੀ ਸੀ। ਤੇ ਅੱਜ ਕੱਲ੍ਹ ਸ਼ਰਾਬ ਪਤਾ ਕਿੰਨੀ ਵਿਕਦੀ ਹੈ? 14 ਕਰੋੜ 7 ਲੱਖ ਰੁਪਏ ਦੀ ਇਹ ਡੇਲੀ ਸ਼ਰਾਬ ਵਿਕਦੀ ਹੈ। ਤੇ ਜਦੋਂ ਅਕਾਲੀ ਆਏ ਨਾ 2007 ਦੇ ਵਿੱਚ, ਉਦੋਂ ਉਹਨਾਂ ਨੇ ਸ਼ਰਾਬ ਦੀ ਜਿਹੜੀ ਇਨਕਮ ਹੈ 10,808 ਕਰੋੜ ਤੇ ਲਾਏ। ਲੇਕਿਨ ਜਦੋਂ 12 ਤੱਕ ਆਏ, 12 ਤੋਂ 17 ਤੱਕ 21,295 ਕਰੋੜ ਤੱਕ ਚਲੇ ਗਏ ਸੀ। ਮਤਲਬ ਜੇ ਸਾਰਾ ਲੇਖਾ ਜੋਖਾ ਪਿਛਲੇ 18 ਸਾਲਾਂ ਦਾ ਦੇਖੀਏ ਤਾਂ 54 ਕਰੋੜ 835 ਦੀ ਸ਼ਰਾਬ ਜਿਹੜੀ ਆ ਪੰਜਾਬ ਵਿੱਚ ਆਈ। ਤੇ ਐਵਰੇਜ 8 ਕਰੋੜ 34 ਲੱਖ ਦੀ ਉਦੋਂ ਸ਼ਰਾਬ ਜਿਹੜੀ ਹੈ ਵਿਕ ਰਹੀ ਸੀ, ਤੇ ਅੱਜ ਕੱਲ੍ਹ ਵਿਕ ਰਹੀ ਹੈ 14 ਕਰੋੜ 7 ਲੱਖ ਰੁਪਏ ਦੀ ਡੇਲੀ। ਤੇ ਹੁਣ ਜੇ ਆਪਾਂ ਇਹਦਾ ਇਨਕਮ ਲਾਈਏ ਤੇ ਫਿਰ ਤਾਂ ਇਹ ਹੈ ਕਿ ਜਿਹੜੇ ਹਾਲੇ ਸਾਲ ਪਏ ਨੇ ਉਹ 5,380 ਕਰੋੜ ਤੇ ਟੋਟਲ 10,760 ਕਰੋੜ ਦੀ ਹਾਲੇ ਵਿਕਣੀ ਹੈ। ਲੇਕਿਨ ਜਿਹੜੇ ਠੇਕੇਦਾਰਾਂ ਤੋਂ 368 ਕਰੋੜ ਲੈਣੇ ਨੇ, ਇਹ ਅਲੱਗ ਨੇ, ਕੈਪਟਨ ਸਾਹਿਬ ਨੇ ਹਾਲੇ ਮੰਗੇ ਨਹੀਂ। ਮੈਂ ਬਹੁਤ ਜਲਦੀ 'ਚ ਇਸ ਕਰਕੇ ਇਹ ਦੇ ਰਿਹਾ ਕਿ ਸਾਡੇ ਨਾਲ ਬਹੁਤ ਸਾਰੇ ਮਹਿਮਾਨ ਜੁੜੇ ਨੇ, ਪਰ ਮੈਂ ਉਹਨਾਂ ਨਾਲ ਤੁਹਾਡਾ ਤਾਰਫ ਕਰਾਉਣਾ। ਪਰ ਉਸ ਤੋਂ ਪਹਿਲਾਂ ਇੱਕ ਗੱਲ ਮੈਂ ਜ਼ਰੂਰ ਦੱਸਣੀ ਚਾਹੁੰਦਾ, ਮੈਨੂੰ ਹੈਰਾਨੀ ਬੜੀ ਹੈ। ਤੋ ਜਿਹੜੇ ਸ਼੍ਰੋਮਣੀ ਅਕਾਲੀ ਦਲ ਤਾਂ ਚਲੋ ਮੰਨ ਲੈਂਦੇ ਆ ਕਿ ਇਸ ਕਰਕੇ ਕਿ ਉਹਨਾਂ ਦੇ ਵੀ ਬਹੁਤ ਸਾਰੇ ਬੰਦੇ ਸ਼ਰਾਬ ਦੇ ਕਾਰੋਬਾਰ 'ਚ ਨੇ, ਔਰ ਕਾਂਗਰਸ ਦੇ ਤਾਂ ਹੈਗੇ ਹੀ ਨੇ, ਪਰ ਆਮ ਆਦਮੀ ਪਾਰਟੀ ਵੀ ਉਸ ਪੱਖੋਂ ਮੈਂ ਹਾਲੇ ਤੱਕ ਨਹੀਂ ਦੇਖਿਆ ਵੀ ਕਿਸੇ ਨੇ ਜ਼ੋਰਦਾਰ ਢੰਗ ਨਾਲ ਇਹ ਮੰਗ ਕੀਤੀ ਹੋਵੇ ਕਿ ਤੁਸੀਂ ਇਹ ਸ਼ਰਾਬ ਮਾਫੀਆ ਨੂੰ ਜੇ ਖਤਮ ਕਰਨਾ ਹੈ, ਕਿਉਂ ਨਾ ਸਿੱਧੀ ਵਿਕਰੀ ਸ਼ਰਾਬ ਦੀ ਕਰ ਲਓ, ਕਿਉਂ ਨਾ ਸਰਕਾਰ ਦੁਕਾਨਾਂ ਖੋਲੇ, ਕਿਉਂ ਨਾ ਸਰਕਾਰ ਜੇ ਸਿੱਧੀ ਵਿਕਰੀ ਕਈ ਥਾਵਾਂ ਤੇ ਹੋ ਰਹੀ ਹੈ। ਗੋਆ ਦੀ ਐਗਜ਼ਾਮਪਲ, ਦਿੱਲੀ ਦੀ ਐਗਜ਼ਾਮਪਲ, ਤੇ ਅਸੀਂ ਉਹ ਲੈ ਕੇ ਪਾਲਿਸੀ ਇਸ ਤਰ੍ਹਾਂ ਦੀ ਬਣਾਈਏ ਜਿਹਦੇ 'ਚ ਸਾਡੇ ਨੌਜਵਾਨਾਂ ਨੂੰ ਵੀ ਜਿਹੜਾ ਰੁਜ਼ਗਾਰ ਮਿਲੇ। ਇਹ ਗੱਲ ਨਹੀਂ ਹਾਲੇ ਤੱਕ ਕਿਸੇ ਨੇ ਕੀਤੀ। ਕਿਉਂ ਨਹੀਂ ਕੀਤੀ? ਕੀ ਕੀਤਾ? ਕੀ ਝਗੜਾ ਚੱਲ ਰਿਹਾ? ਦਲਿਤਾਂ ਦਾ ਜਿਹੜਾ ਮੰਤਰੀ ਤੇ ਦੂਜਾ ਮੰਤਰੀ, ਇਹ ਨਵੀਂ ਗੱਲ ਸ਼ੁਰੂ ਹੈ। ਇਹ ਸਾਰੀਆਂ ਗੱਲਾਂ ਤੇ ਅੱਜ ਅਸੀਂ ਚਰਚਾ ਕਰਨੀ ਹੈ। ਸ਼ਰਾਬ, ਸਿਆਸਤ ਤੇ ਇਹ ਵਿਵਾਦ, ਇਹ ਜਿਹੜਾ ਹੈ ਅਸੀਂ ਅੱਜ ਦਾ ਰੱਖਿਆ ਵਿਸ਼ਾ। ਤੇ ਸਾਡੇ ਇਹਦੇ ਸ਼ਾਮਿਲ ਨੇ ਇਸ ਡਿਸਕਸ਼ਨ 'ਚ ਸਰਦਾਰ ਗੁਰਪ੍ਰਤਾਪ ਸਿੰਘ ਬਡਾਲਾ ਸਾਹਿਬ, ਨਕੋਦਰ ਤੋਂ MLA ਨੇ, ਸ਼੍ਰੋਮਣੀ ਅਕਾਲੀ ਦਲ ਦਾ ਨੁਮਾਇੰਦਗੀ ਕਰ ਰਹੇ ਨੇ। ਤੇ ਸਾਡੇ ਨਾਲ ਭਾਰਤੀ ਜਨਤਾ ਪਾਰਟੀ ਤੋਂ ਬੜੇ ਸੀਨੀਅਰ ਨੇਤਾ ਤ੍ਰਿਕਸ਼ਨ ਸੂਦ ਜੀ ਸਾਡੇ ਨਾਲ ਸ਼ਾਮਿਲ ਨੇ।
ਸੂਦ ਸਾਹਿਬ ਦੇ ਕੋਲ ਤਾਂ ਪਹਿਲੀ ਜਦੋਂ ਬਾਰੇ ਰਾਜ ਮੰਤਰੀ ਬਣੇ ਨੇ, ਮੇਰੇ ਯਾਦ ਹੈ ਇਹਨਾਂ ਕੋਲ ਤਾਂ ਮਹਿਕਮਾ ਵੀ ਸੀ ਐਕਸਾਈਜ਼ ਦਾ, ਤੇ ਉਸ ਤੋਂ ਬਾਅਦ ਇਹ ਕੈਬਨਿਟ ਮਿਨਿਸਟਰ ਰਹੇ। ਤੇ ਨਾਲ ਸਾਡੇ ਅੱਜ ਅਮਨ ਅਰੋੜਾ ਸਾਹਿਬ ਨੇ, ਜਿਹੜੇ ਆਮ ਆਦਮੀ ਪਾਰਟੀ ਦੇ ਅਰੋੜਾ ਸਾਹਿਬ ਕੋ ਕਨਵੀਨਰ ਨੇ, ਪਾਰਟੀ ਦੇ ਸੀਨੀਅਰ ਲੀਡਰ ਨੇ। ਤੁਹਾਡਾ ਸਭ ਦਾ ਸਵਾਗਤ ਜੀ ਇਸ ਪ੍ਰੋਗਰਾਮ ਦੇ ਵਿੱਚ। ਅਰੋੜਾ ਸਾਹਿਬ, ਮੈਂ ਗੱਲ ਤੁਹਾਡੇ ਤੋਂ ਸ਼ੁਰੂ ਕਰਦਾ। ਕੀ ਲੱਗਦਾ ਕੀ ਹੈ ਇਹ ਸਾਰੀ ਇਹ ਵਿਵਾਦ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਪ੍ਰੋਫੈਸਰ ਸਾਹਿਬ, ਪਹਿਲਾਂ ਤਾਂ ਤੁਹਾਨੂੰ ਸਾਰੇ ਪੈਨਲਿਸਟ ਨੂੰ, ਤੁਹਾਡੇ ਸਾਰੇ ਲੱਖਾਂ ਸਰੋਤਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀਆਂ ਕਲਾਵਾਂ ਦੇ ਵਿੱਚ ਰੱਖੇ। ਦੇਖੋ, ਇਸ ਵਿਵਾਦ ਦੇ ਪੁਆੜੇ ਦੀ ਜਿਹੜੀ ਜੜ ਹੈ ਉਹ ਬੇਸਿਕਲੀ ਜੋ ਪਿਛਲੇ ਲੰਮੇ ਸਮੇਂ ਤੋਂ ਸ਼ਰਾਬ ਬਾਕੀ ਮਾਫੀਆ ਦੀ ਤਰ੍ਹਾਂ ਸ਼ਰਾਬ ਮਾਫੀਆ ਵੀ ਇੰਸਟੀਟਿਊਸ਼ਨਲਾਈਜ਼ ਹੋ ਗਿਆ, ਉਹਦੇ ਜਿਹੜੀ ਸਿਆਸੀ ਸਰਪ੍ਰਸਤੀ ਹੋ ਰਹੀ ਹੈ, ਉਹਦੇ ਵਿੱਚ ਜਿਹੜੀਆਂ ਹਿੱਸੇ ਪੱਤੀਆਂ ਵੰਡੀਆਂ ਜਾਂਦੀਆਂ ਨੇ, ਜਿਹੜੇ ਪੈਸੇ ਕਮਾਏ ਜਾਂਦੇ ਨੇ, ਉਹਦੇ ਜਿਹੜਾ ਕਰਕਸ ਇਹਦਾ ਉਹ ਹੈ। ਅੱਜ ਜਿਹੜੀਆਂ ਫਿਗਰਸ ਤੁਸੀਂ ਦਿੱਤੀਆਂ ਨੇ, ਨੋ ਡਾਊਟ ਇਹ ਫਿਗਰਸ ਨੇ ਜਿਹੜੀਆਂ ਬਹੁਤ ਅਹਿਮ ਨੇ, ਪਰ ਇਸ ਚੀਜ਼ ਨੂੰ ਅਸੀਂ ਪਹਿਲੇ ਤਕਰੀਬਨ 2, 2.5, 3 ਸਾਲ ਪਹਿਲਾਂ ਹੀ ਸਮਝ ਗਏ ਸੀਗੇ। ਤੇ ਇਸੇ ਵਜ੍ਹਾ ਕਰਕੇ ਅੱਜ ਸ਼ਰਾਬ ਔਰ 2 ਦਿਨ ਪਹਿਲਾਂ ਕਨਫਲਿਕਟ ਆਫ ਇੰਟਰਸਟ ਤੁਸੀਂ ਸੁਣਿਆ ਹੋਏਗਾ ਕਿ ਦੀ ਗੱਲ ਕੀਤੀ ਹੈ ਰਾਜਾ ਵੜਿੰਗ ਹੋਣਾ ਨੇ। ਮੇਰੇ ਵੀਰ ਗੁਰਪ੍ਰਤਾਪ ਵਡਾਲਾ ਜੀ ਗਵਾਹ ਹੋਣਗੇ ਕਿ 2018 ਦੇ ਵਿੱਚ ਮੈਂ ਆਪ ਵਿਧਾਨ ਸਭਾ ਸੈਸ਼ਨ ਦੇ ਵਿੱਚ ਪ੍ਰਾਈਵੇਟ ਮੈਂਬਰ ਬਿੱਲ ਲੈ ਕੇ ਸੀ ਕਨਫਲਿਕਟ ਆਫ ਇੰਟਰਸਟ ਵੀ ਜੇ ਕੋਈ ਸਿਆਸਤਦਾਨ ਐਮਐਲਏ ਮੰਤਰੀ ਆਪਦੇ ਵਪਾਰਕ ਹਿਤਪਾਲ ਦਾ ਨਜ਼ਰ ਆਉਂਦਾ ਹੈ ਤੇ ਉਹਨੂੰ 6 ਮਹੀਨਿਆਂ ਦੇ ਵਿੱਚ ਡਿਸਕੁਆਲੀਫਾਈ ਕਰ ਦੋ। ਫਿਰ 2019 ਦੇ ਵਿੱਚ ਔਰ 2020 ਦੇ ਵਿੱਚ ਵਿਧਾਨ ਸਭਾ ਦੇ ਵਿੱਚ, ਕਿਉਂਕਿ ਇਹ ਕਹੀ ਅਸੀਂ ਇਕੱਲਾ ਮੀਡੀਆ ਦੇ ਵਿੱਚ ਰੌਲਾ ਪਾਈ ਚੱਲੀਏ ਜਾਂ ਸਟੇਜਾਂ ਤੇ ਬੋਲਣ ਨਾਲ ਫਰਕ ਨਹੀਂ ਪੈਣਾ ਹੈਗਾ, ਇਹ ਬਿੱਲ ਹੈ ਜਿਹੜਾ ਉਹ ਪਾਸ ਕਰਨਾ ਹੈ ਵਿਧਾਨ ਸਭਾ ਨੇ 19 ਦੇ ਵਿੱਚ ਔਰ 20 ਦੇ ਵਿੱਚ। ਮੈਂ ਆਪ ਪ੍ਰਾਈਵੇਟ ਮੈਂਬਰ ਬਿੱਲ ਲੈ ਕੇ ਆਇਆ, 2 ਵਾਰੀ ਪੇਸ਼ ਕੀਤੇ, ਪਰ ਸਰਕਾਰ ਨੇ ਔਰ ਸਪੀਕਰ ਰਾਣਾ ਕੇਪੀ ਜੀ ਨੇ ਉਹਨੂੰ ਆਊਟਰਾਈਟਲੀ ਰਿਜੈਕਟ ਕਰ ਦਿੱਤਾ ਕਿ ਤੁਸੀਂ ਲਿਕਰ ਕਾਰਪੋਰੇਸ਼ਨ ਬਣਾ ਦਿਓ ਤੇ ਇਹ ਜਿਹੜਾ ਮਾਫੀਆ ਇਹਨੂੰ ਆਪਾਂ ਨੱਥ ਪਾ ਲਈਏ। ਪਰ ਸਰਕਾਰ ਦਾ ਇੰਟਰਸਟ ਕੋਈ ਨਜ਼ਰ ਨਹੀਂ ਆਉਂਦਾ ਹੈਗਾ। ਹੁਣ ਉਹਦਾ ਇੰਟਰਸਟ, ਇਹ ਜਿਹੜੀਆਂ ਫਿਗਰਾਂ ਤੁਸੀਂ ਕਹੀਆਂ ਨੇ ਬਿਲਕੁਲ ਸਹੀ ਨੇ, ਪਰ ਹੁਣ ਤੁਸੀਂ ਜੇ ਇਹਦਾ ਆਪਦੇ ਪਿਛੋਕੜ ਤੋਂ ਇਲਾਵਾ ਜੇ ਤੁਸੀਂ ਨਾਲ ਦੀਆਂ ਹੋਰ ਐਡਜੋਇਨਿੰਗ ਸਟੇਟਸ ਦੀ ਆਪਾਂ ਗੱਲ ਕਰ ਲਈਏ, ਅੱਜ ਪੰਜਾਬ ਦੀ ਪੋਪੂਲੇਸ਼ਨ ਹੈ ਜਿਹੜੀ ਉਹ 2.77 ਕਰੋੜ ਹੈ ਤੇ ਪਿਛਲੇ ਸਾਲ ਯਾਨੀ ਕਿ 19-20 ਦੇ ਵਿੱਚ ਸ਼ਰਾਬ ਤੋਂ ਪੰਜਾਬ ਨੂੰ 5026 ਕਰੋੜ ਦਾ ਮਾਲੀਆ ਪ੍ਰਾਪਤ ਹੋਇਆ ਹੈ। ਹਰਿਆਣਾ ਸਾਡੇ ਤੋਂ ਛੋਟੀ ਸਟੇਟ ਹੈ, ਸਾਡਾ ਛੋਟਾ ਭਰਾ ਹੈ, ਉਹਨਾਂ ਨੂੰ ਪਿਛਲੇ ਸਾਲ ਹੀ 6200 ਕਰੋੜ ਦਾ ਮਾਲੀਆ ਇਕੱਠਾ ਹੋਇਆ ਸ਼ਰਾਬ ਤੋਂ, ਯਾਨੀ ਕਿ ਆਪਣੇ ਨਾਲੋਂ 1200 ਕਰੋੜ ਵੱਧ। ਇਸੇ ਤਰੀਕੇ ਤੇਲੰਗਾਨਾ ਦੀ ਆਬਾਦੀ ਹੈ ਜਿਹੜੀ ਉਹ ਮਹਿਜ਼ 3 ਕਰੋੜ 10 ਲੱਖ ਹੈ, ਯਾਨੀ ਸਾਡੇ ਕੋਲ ਸਿਰਫ 40 ਲੱਖ ਪੋਪੂਲੇਸ਼ਨ ਵੱਧ ਹੈ ਉੱਥੇ, ਤੇ ਉੱਥੇ ਮਾਲੀਆ ਪ੍ਰਾਪਤ ਹੁੰਦਾ 10,901 ਕਰੋੜ, ਯਾਨੀ ਕਿ ਸਾਡੇ ਨਾਲੋਂ ਵੀ ਡਬਲ ਨਾਲੋਂ ਵੀ 1000 ਕਰੋੜ ਵੱਧ। ਕਰਨਾਟਕਾ ਦੀ ਜਦੋਂ ਗੱਲ ਕਰਦੇ ਆ ਤੇ ਉੱਥੇ ਆਬਾਦੀ ਹੈਗੀ 6 ਕਰੋੜ ਔਰ ਉੱਥੇ ਸਾਡੇ ਨਾਲ ਆਲਮੋਸਟ ਡਬਲ ਹੈ, ਥੋੜਾ ਜਿਹਾ ਵੱਧ ਹੈ, ਤੇ ਕਰਨਾਟਕਾ ਨੂੰ 20,950 ਕਰੋੜ ਹੈ ਜਿਹੜਾ ਮਾਲੀਆ ਉਹ ਇਕੱਠਾ ਹੁੰਦਾ, ਯਾਨੀ ਕਿ ਸਾਡੇ ਨਾਲੋਂ 4 ਟਾਈਮਸ 4 ਗੁਣੇ ਜ਼ਿਆਦਾ ਔਰ 1000 ਕਰੋੜ ਵੱਧ 4 ਗੁਣੇ ਨਾਲੋਂ ਵੀ। ਸੋ ਸਵਾਲ ਇਹ ਹੈ ਕਿ ਇਹ ਟੈਂਡੈਂਸੀ, ਇਹ ਟ੍ਰੈਂਡ ਹੁਣ ਦਾ ਨਹੀਂ ਹੈਗਾ ਜੀ, ਇਹ ਪਿਛਲੇ 12-13 ਸਾਲਾਂ ਦੇ ਜੇ ਦੇਖ ਲਈਏ ਆਪਾਂ ਤਾਂ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ ਹੈ। ਔਰ ਉਹਨਾਂ ਹਾਲਾਤਾਂ ਦੇ ਵਿੱਚ ਕਿ ਜਦ ਸ਼ਰਾਬ ਅਨਫੋਰਚੂਨੇਟਲੀ ਬਦਕਿਸਮਤੀ ਦੇ ਨਾਲ ਸ਼ਰਾਬ ਦੇ ਲਈ ਮਸ਼ਹੂਰ ਹੈ, ਇਹਦਾ ਮਕਸਦ ਮਤਲਬ ਕਾਰਨ ਸਿਰਫ ਔਰ ਸਿਰਫ ਇੱਕੋ ਹੀ ਹੈ, ਸਾਡੀ ਸਟੇਟ ਨੂੰ, ਸਾਡੀ ਸਰਕਾਰ ਨੂੰ ਇਹ ਜਿਹਾ ਕੀ ਸੱਪ ਸੁੰਘਦਾ ਹੈ ਕਿ ਜੇ ਇਹ ਸਟੇਟਾਂ ਇੰਨਾ ਪੈਸਾ ਕਮਾ ਸਕਦੀਆਂ ਨੇ, ਉਹ ਸੱਪ ਸਿਰਫ ਔਰ ਸਿਰਫ ਇੱਕੋ ਹੀ ਸੁੰਘ ਰਿਹਾ ਜੀ ਲੰਮੇ ਸਮੇਂ ਤੋਂ ਕਿ ਮਾਫੀਆਜ਼ ਚੱਲ ਰਹੇ ਨੇ। ਮੈਂ ਪਿਛਲੇ ਦਿਨਾਂ ਦੇ ਵਿੱਚ ਵਿਧਾਨ ਸਭਾ ਜਦੋਂ ਸਰਕਾਰ ਨੇ ਸਪੀਕਰ ਸਾਹਿਬ ਨੇ ਮੈਨੂੰ ਅਲਾਉ ਨਹੀਂ ਕੀਤਾ ਸੀਗਾ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕਰਨਾ, ਉਸ ਤੋਂ ਬਾਅਦ ਮੈਂ ਮੀਡੀਆ ਤੁਹਾਡੇ ਜ਼ਰੀਏ ਮੈਂ ਇੱਕ ਆਰਟੀਆਈ ਦੀ 300 ਪੇਜਾਂ ਦੀ ਆਰਟੀਆਈ ਦੇ ਨਾਲ ਇੱਕ ਖੁਲਾਸਾ ਕੀਤਾ ਸੀਗਾ, ਜਿਹਦੇ ਵਿੱਚ ਮੌਜੂਦਾ ਔਰ ਪਿਛਲੀ ਸਰਕਾਰ ਦੇ ਜਿਹੜੇ ਕਈ ਕੱਦਾਵਰ ਲੀਡਰਾਂ ਦੀਆਂ ਡਿਸਟਿਲਰੀਆਂ, ਉਹਨਾਂ ਦੇ L13 ਥੋਕ ਦੇ ਠੇਕੇ, ਉਹਨਾਂ ਦੇ ਜਿਹੜੇ ਸ਼ਰਾਬ ਦੇ ਵਿੱਚ ਇੰਟਰਸਟ ਨੇ ਰਿਟੇਲ ਦੇ ਵਿੱਚ, ਤੇ ਕੁਝ ਨਾਮਵਰ ਬਿਜ਼ਨਸ ਵਪਾਰਕ ਘਰਾਣੇ, ਉਹਨਾਂ ਦੇ ਨਾਮ ਸਪਸ਼ਟ ਬੋਲਦੇ ਨੇ। ਔਰ 300 ਪੇਜਾਂ ਦੇ ਜਿਹੜੇ ਮੈਨੂੰ ਮਿਲਿਆ ਸੀ, ਇਹਨਾਂ ਨੇ ਦਿੱਤਾ ਸੀ ਸਰਕਾਰ ਨੇ, ਉਹ ਮਹਿਜ਼ ਬੜੀਆਂ ਕੋਸ਼ਿਸ਼ਾਂ ਦੇ ਬਾਅਦ ਇੱਕ ਸੈਕਿੰਡ ਮੈਂ ਕੰਪਲੀਟ ਕਰਨ ਲੱਗਿਆ ਜੀ, ਮੈਂ ਕੰਪਲੀਟ ਕਰਨ ਲੱਗਿਆ ਵਾਲੇ ਸਾਹਿਬ, ਮਹਿਜ਼ 9 ਮਹੀਨਿਆਂ ਦਾ ਯਾਨੀ ਅਪ੍ਰੈਲ ਤੋਂ ਦਸੰਬਰ 18 ਦਾ ਦਿੱਤਾ ਸੀ, 9 ਮਹੀਨਿਆਂ ਦਾ 26 ਦੇ ਵਿੱਚੋਂ 21 ਐਕਸਾਈਜ਼ ਡਿਸਟ੍ਰਿਕਟ ਦਾ ਦਿੱਤਾ ਸੀਗਾ, ਤੇ ਉਹਦੇ ਵਿੱਚ 2116 FIR ਦਰਜ ਦਾ ਮੈਨੂੰ ਰਿਕਾਰਡ ਮਿਲਿਆ ਸੀਗਾ ਜਿਹੜਾ ਕਿ ਮੈਂ ਨਸ਼ਰ ਕੀਤਾ ਸੀਗਾ। ਹੁਣ ਸਵਾਲ ਇਹ ਹੈ
ਕਿ ਜੇ ਸਰਕਾਰਾਂ ਤਿੰਨ ਔਰ ਇਹ ਮਹਿਜ਼ 5 ਜਾਂ 7% ਸੀਗਾ, ਕਿਉਂਕਿ 85-90% ਤਾਂ ਸਰਕਾਰ ਫੜਦੀ ਹੀ ਨਹੀਂ ਹੈਗੀ, ਕਿਉਂਕਿ ਆਪਦੀ ਸ਼ਮੂਲੀਅਤਾਂ ਵਿੱਚ ਹੁੰਦੀਆਂ ਨੇ। ਸੋ ਇਹ ਬਹੁਤ ਵੱਡਾ ਜੀ ਨੈਕਸਸ ਹੈ। ਮੈਂ ਅੱਜ ਗਾਰੰਟੀ ਦੇ ਨਾਲ ਕਹਿਣਾ ਕਿ ਜਿਹੜਾ ਮਾਲੀਆ 5000 ਕਰੋੜ ਇਕੱਠਾ ਹੁੰਦਾ, ਇਹ ਬੜੇ ਆਰਾਮ ਦੇ ਨਾਲ 10-11 ਹਜ਼ਾਰ ਕਰੋੜ ਸਾਲਾਨਾ ਜਾ ਰਿਹਾ ਹੈ। ਮਹਿਜ਼ 500-400 ਕਰੋੜ ਜੀ ਨਹੀਂ, ਬਿਲਕੁਲ 5-6 ਹਜ਼ਾਰ ਬਿਲਕੁਲ ਕਰੋੜ ਦਾ ਹਰ ਸਾਲ ਤੁਹਾਡੀ ਨੁਕਸਾਨ ਹੁੰਦਾ ਹੈ। ਅਰੋੜਾ ਸਾਹਿਬ ਤੁਸੀਂ ਬਿਲਕੁਲ ਸਹੀ ਇਹੀ ਗੱਲ ਮੈਂ ਕਹਿ ਰਿਹਾ ਸੀ, ਜਿਹੜੀ ਗੱਲ ਤੁਸੀਂ ਕਹੀ ਹੈ ਨਾ ਕਿ ਮੀਡੀਆ ਹੋਰ ਸਾਡੇ ਕੋਲ ਚਾਰਾ ਨਹੀਂ, ਬਿੱਲ ਤੁਹਾਨੂੰ ਪੇਸ਼ ਨਹੀਂ ਕਰਨ ਦਿੱਤੇ, ਮੀਡੀਆ ਤੋਂ ਬਿਨਾਂ ਅਸੀਂ ਗੱਲ ਜੀ ਕਿੱਥੇ ਕਰ ਸਕਦੇ ਹਾਂ, ਇਹੀ ਲੋਕਾਂ ਦੀ ਕਚਹਿਰੀ 'ਚ ਰੱਖਣਾ ਹੁੰਦਾ। ਮੈਂ ਤੁਹਾਨੂੰ ਦੱਸਾਂ ਕਿ ਮੈਂ ਬਹੁਤ ਅਸੀਂ ਵਾਰ ਅੱਜ ਕਾਂਗਰਸ ਪਾਰਟੀ ਨਾਲ ਗੱਲ ਕੀਤੀ ਬਈ ਤੁਸੀਂ ਆਪਣਾ ਨੁਮਾਇੰਦਾ ਭੇਜੋ, ਪਤਾ ਨਹੀਂ ਇਹ ਇਸ਼ੂ ਐਸਾ ਦੇਖਿਆ, ਕਾਰਨ ਕੀ ਹੈ ਕਾਂਗਰਸ ਨੇ ਆਪਣਾ ਬੰਦਾ ਨਹੀਂ ਭੇਜਿਆ, ਔਰ ਹੁੰਦਾ ਚੰਗਾ ਹੁੰਦਾ ਜੇ ਕਿ ਉੱਥੇ ਆਉਂਦੇ ਤੇ ਡਿਬੇਟ 'ਚ ਆਉਣਾ ਚਾਹੀਦਾ, ਤੇ ਕਾਰਨ ਤੁਹਾਨੂੰ ਵੀ ਪਤਾ ਹੈ ਔਰ ਜਵਾਬ ਦੇਣੇ ਵੀ ਪੈਂਦੇ ਨੇ ਜਿਹੜਾ ਵੀ ਬੰਦਾ ਆਉਂਦਾ। ਤੇ ਸਾਡੇ ਨਾਲ ਇਸ ਡਿਬੇਟ ਦੇ ਵਿੱਚ ਡਾਕਟਰ ਕੇਤ ਸਿੰਘ ਵੀ ਸ਼ਾਮਲ ਨੇ। ਡਾਕਟਰ ਕੇਤ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਤੇ ਮੁਖੀ ਰਹੇ ਨੇ, ਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਰਹੇ ਨੇ, ਉਹਨਾਂ ਦਾ ਵੀ ਸਵਾਗਤ ਹੈ। ਸੂਦ ਸਾਹਿਬ, ਮੈਂ ਹੁਣ ਤੁਹਾਡੇ ਕੋਲ ਆਉਣਾ ਕਿ ਜੋ ਅਰੋੜਾ ਸਾਹਿਬ ਨੇ ਕਿਹਾ, ਤੁਸੀਂ ਤਾਂ ਮਿਨਿਸਟਰ ਰਹੇ ਹੋ, ਇਹ ਸਾਰਾ ਕੁਝ ਉਦੋਂ ਵੀ ਚੱਲਦਾ ਰਿਹਾ, ਤੁਹਾਡੀ ਭਾਈਵਾਲ ਪਾਰਟੀ ਸੀ ਉਦੋਂ ਵੀ। ਜੇ ਆਪਾਂ ਅਮਨ ਅਰੋੜਾ ਹੋਰਾਂ ਦੀ ਗੱਲ ਸੁਣੀਏ ਤਾਂ ਲੱਗਦਾ ਕਿ ਅਕਾਲੀ ਔਰ ਭਾਜਪਾ ਵੀ ਉਵੇਂ ਹੀ ਕਰ ਰਹੀ ਹੈ ਜਿਵੇਂ ਕਾਂਗਰਸ ਕਰ ਰਹੀ ਹੈ। ਇਹਨਾਂ ਨੇ ਤਾਂ ਸਿੱਧੇ ਤੌਰ ਤੇ ਕਹਿਤਾ। ਵਾਲੀਆ ਸਾਹਿਬ, ਮੈਂ ਤੁਹਾਨੂੰ ਦੱਸਾਂ, ਅਮਨ ਅਰੋੜਾ ਜੀ ਦੀ ਗੱਲ ਨਾਲ ਮੈਂ ਕਾਫੀ ਹੱਦ ਤੱਕ ਸਹਿਮਤ ਹਾਂ। ਪਹਿਲੀ ਗੱਲ ਤਾਂ ਇਹ ਕਹਿਣੀ ਚਾਹਾਂਗਾ ਕਿ ਸਰਕਾਰਾਂ ਨਸ਼ੇ ਦੀਆਂ ਆਦੀ ਹੋ ਗਈਆਂ। ਮੈਂ ਉਦੋਂ ਵੀ ਕਹਿੰਦਾ ਹੁੰਦਾ ਸੀ, ਸਾਡੇ ਸੰਵਿਧਾਨ ਦੇ ਵਿੱਚ ਡਾਇਰੈਕਟਿਵ ਪ੍ਰਿੰਸੀਪਲ ਦਾ ਵੀ ਸਾਡੀਆਂ ਜਿਹੜੀਆਂ ਸਰਕਾਰਾਂ ਆ ਉਹ ਨਸ਼ਾ ਬੰਦੀ ਕਰਾਉਣ, ਉਹਦੇ ਵਾਸਤੇ ਕੋਈ ਅੱਗੇ ਵੱਧ ਨਹੀਂ ਰਿਹਾ। ਕਿਤੇ ਕਿਤੇ ਹੋਈ ਆ, ਕਈ ਸਰਕਾਰਾਂ 'ਚ ਉਹਨਾਂ ਨੂੰ ਕੋਈ ਜ਼ਿਆਦਾ ਫਰਕ ਵੀ ਨਹੀਂ ਪਿਆ, ਪਰ ਕਿਤੇ ਨਾ ਕਿਤੇ ਆ ਕੇ ਪੋਲੀਟੀਕਲ ਇਹਦੇ 'ਚ ਸਿਆਸਤ ਸ਼ੁਰੂ ਹੋ ਜਾਂਦੀ ਆ। ਪਹਿਲੀ ਗੱਲ ਤਾਂ ਇਹ ਹੈ ਕਿ ਨਸ਼ਾਬੰਦੀ ਵੱਲ ਨੂੰ ਸਾਡੇ ਦੇਸ਼ ਨੂੰ ਵਧਣਾ ਚਾਹੀਦਾ। ਹੁਣ ਦੇਖੋ ਤੁਸੀਂ, ਲਾਕਡਾਊਨ ਚੱਲਿਆ, ਲਾਕਡਾਊਨ ਦੇ ਵਿੱਚ ਬਹੁਤ ਬਿਰਲੇ ਲੋਕਾਂ ਨੂੰ ਸ਼ਰਾਬ ਵਾਲੀ ਸਹੂਲਤ ਮਿਲੀ ਹੋਊਗੀ, ਪਰ ਬਹੁਤ ਜ਼ਿਆਦਾ ਲੋਕਾਂ ਨੂੰ ਬਿਨਾਂ ਸ਼ਰਾਬ ਤੋਂ ਵੀ ਰਹਿਣ ਦੀ ਇੱਕ ਆਦਤ ਪਈ। ਪਰ ਹੁਣ ਆ ਜੋ ਚੱਲਿਆ ਹੈ ਸਿਆਸਤ ਕਹਿ ਲਓ ਉਹਨੂੰ, ਸ਼ਰਾਬ ਦੀ, ਚਾਹੇ ਕਪੜੇਬਾਜ਼ੀ ਕਹਿ ਲਓ, ਜੋ ਵੀ ਹੈ, ਇਹਨੇ ਫੇਰ ਸਾਰੀਆਂ ਚੀਜ਼ਾਂ ਨੂੰ ਖੜੇ ਕਰ ਦਿੱਤਾ। ਸਾਨੂੰ ਜਿੱਥੇ ਹੋਰ ਅਸੀਂ ਇਹਨੂੰ ਓਪਰਚੁਨਿਟੀ ਲੈ ਰਹੇ ਹਾਂ ਇਸ ਸੰਕਟ ਨੂੰ, ਉੱਥੇ ਇਹ ਸੰਕਟ ਨੂੰ ਇਹ ਵੀ ਓਪਰਚੁਨਿਟੀ ਦੇ ਤੌਰ ਤੇ ਲੈਣਾ ਚਾਹੀਦਾ ਸੀ ਕਿ ਅਸੀਂ ਨਸ਼ੇਬੰਦੀ ਵੱਲ ਨੂੰ ਵਧਦੇ। ਮੈਂ ਨਹੀਂ ਮੰਨਦਾ ਕਿ ਸ਼ਰਾਬ ਦੀ ਇਨਕਮ ਦੇ ਬਗੈਰ ਸਰਕਾਰ ਕੋਈ ਚੱਲ ਨਹੀਂ ਸਕਦੀ, ਰਸਤੇ ਲੱਭ ਜਾਂਦੇ ਆ, ਪਰ ਸ਼ਰਾਬ ਕਿਸੇ ਵੀ ਪੱਖੋਂ ਨਾ ਸਮਾਜ ਲਈ ਫਾਇਦੇਮੰਦ ਆ ਤੇ ਨਾ। ਇਹ ਹੋ ਗਿਆ ਇੱਕ ਪੱਖ ਸਾਰੀ ਗੱਲ ਦਾ। ਦੂਜਾ ਹੋ ਗਿਆ ਕਿ ਜਿਹੜਾ ਇਹ ਸਰਕਾਰੀ ਤੌਰ ਤੇ ਇਹਨੂੰ ਵੇਚਿਆ ਜਾਵੇ। ਬਹੁਤ ਵਾਰੀ ਮੈਂ ਵੀ ਐਕਸਪ੍ਰੈਸ ਕਰ ਚੁੱਕਾ ਪਹਿਲਾਂ ਕਿ ਸਰਕਾਰੀ ਤੌਰ ਤੇ ਵੀ ਵੇਚੀ ਜਾ ਸਕਦੀ ਹੈ ਸ਼ਰਾਬ। ਉਹਦੇ ਵਿੱਚ ਮੈਨੂੰ ਨਹੀਂ ਪਤਾ ਕਿ ਕਿੰਨੀਆਂ ਮੁਸ਼ਕਲਾਂ ਆ, ਪਰ ਕਿਸੇ ਨਾ ਬਿਊਰੋਕ੍ਰੇਸੀ ਨੇ ਤੇ ਨਾ ਇੱਕ ਜਿਹੜੇ ਪੋਲੀਟੀਕਲ ਵਿਲ ਨੇ ਇਹਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਮੈਂ ਥੋੜੀ ਦੇਰ ਸਟੇਟ ਮਿਨਿਸਟਰ ਰਿਹਾ ਐਕਸਾਈਜ਼ ਦਾ, ਉਦੋਂ ਸਰਦਾਰ ਆਪਣੇ ਆਦੇਸ਼ ਪ੍ਰਤਾਪ ਸਿੰਘ ਜੀ ਉਹ ਮਿਨਿਸਟਰ ਸੀ ਮੇਰੇ ਨਾਲ, ਤੇ 3 ਵਾਰੀ ਮੈਨੂੰ ਮੌਕਾ ਮਿਲਿਆ। ਉਹ ਵੀ ਜਾਂਦੇ ਸੀਗੇ, ਬੈਕਗਰਾਉਂਡ ਤੇ ਬਹਿੰਦੇ ਸੀ, ਮੈਨੂੰ ਵੀ ਨਾਲ ਲੈ ਜਾਂਦੇ ਸੀ, ਜਾਨ ਮਾਰ ਕੇ ਇਹਦੇ ਚੋਂ ਰੈਵਨਿਊ ਕਢਾਉਂਦੇ ਸੀ। ਜਾਨ ਮਾਰ ਕੇ ਵੀ ਹਾਂ ਵੱਧ ਤੋਂ ਵੱਧ ਰੈਵਨਿਊ ਨਿਕਲੇ, ਜਿੱਦਾਂ ਆਪਣੇ ਕੋਈ ਘਰ ਦੀ ਚੀਜ਼ ਵੇਚਣੀ ਹੁੰਦੀ ਕਿਸੇ ਨੇ। ਉਹਦੇ ਬਾਅਦ ਤੁਸੀਂ ਜਿੱਦਾਂ ਕਿਹਾ ਵੀ ਹਾਂ ਉਹ ਵੀ ਸਰਕਾਰ ਨਹੀਂ, ਉਹ ਵੀ ਇਹਨੂੰ ਜਨਰਲ ਟਰਮ 'ਚ ਨਹੀਂ ਲੈ ਸਕਦੇ। ਸਰਕਾਰ ਤਾਂ ਜਿਹੜੀ ਸਰਕਾਰੀ ਤੌਰ ਤੇ ਵੇਚੇਗੀ ਉਹ ਵੀ ਸਰਕਾਰ ਹੀ ਹੋਏਗੀ, ਪੋਲੀਟੀਕਲ ਪਾਰਟੀ ਹੋਏਗੀ, ਪਰ ਪੋਲੀਟੀਕਲ ਵਿਲ ਅੱਜ ਤੱਕ ਮੈਂ ਕਿਸੇ 'ਚ ਦੇਖੀ ਨਹੀਂ ਕਿ ਇਸ ਨੂੰ ਜਾਂ ਬੰਦ ਕੀਤਾ ਜਾਵੇ, ਇਹਦੇ ਬਾਰੇ ਕੋਈ ਸੋਚੇ, ਜਾਂ ਇਸ ਦੇ ਵਿੱਚ ਸੂਦ ਸਾਹਿਬ, ਕੱਢ ਸਕੀਏ। ਸੂਦ ਸਾਹਿਬ, ਮੈਂ ਤੁਹਾਨੂੰ ਐਪਰੀਸ਼ੀਏਟ ਕਰਦਾ ਕਿ ਤੁਸੀਂ ਜਿਹੜੀ ਇਹ ਗੱਲ ਕੀਤੀ ਹੈ ਕਿ ਸਰਕਾਰ ਜਿਹੜੀ ਹੈ ਇਹਨੂੰ ਵੇਚ ਸਕਦੀ ਹੈ। ਹੋਰ ਬੜਾ ਕੁਛ ਹੈ, ਸਰਕਾਰ ਆਪਣੇ ਕੋਲ ਪਬਲਿਕ ਸੈਕਟਰ ਕਿੰਨਾ ਹੈ, ਉਹਦੇ ਨਾਲ ਲੋਕਾਂ ਨੂੰ ਨੌਕਰੀ ਵੀ ਮਿਲ ਸਕਦੀ ਹੈ। ਗੋਆ ਦੇ ਵਿੱਚ ਆਪਾਂ ਦੇਖਿਆ ਕ੍ਰਾਈਮ ਵੀ ਘਟੂਗਾ। ਮੈਂ ਤੁਹਾਨੂੰ ਇਹ ਵੀ ਦੱਸ ਦੇਣਾ, ਜਿਹੜਾ ਸ਼ਰਾਬ ਮਾਫੀਆ ਕ੍ਰਾਈਮ ਕਰਦਾ
ਕਤਲ ਹੁੰਦੇ ਨੇ। ਮੈਂ ਤੁਹਾਡੇ ਕੋਲ ਦੁਬਾਰਾ ਆਉਣਾ ਸੂਦ ਸਾਹਿਬ, ਬਡਾਲਾ ਸਾਹਿਬ ਦੀ ਟਿੱਪਣੀ ਲੈ ਲਈਏ ਆਪਾਂ। ਬਡਾਲਾ ਸਾਹਿਬ, ਸ਼੍ਰੋਮਣੀ ਅਕਾਲੀ ਦਲ ਦੇ ਤੁਸੀਂ ਨੁਮਾਇੰਦੇ ਹੋ ਅੱਜ ਸਾਡੇ ਇਸ ਜਿਹੜੇ ਸੰਵਾਦ ਦੇ ਵਿੱਚ। ਗੁਰਪ੍ਰਤਾਪ ਸਿੰਘ ਬਡਾਲਾ ਸਾਹਿਬ, ਤੁਹਾਡੀ ਕੀ ਰਾਏ ਹੈ ਇਹ ਸਾਰੀ ਗੱਲਬਾਤ 'ਚ? ਪ੍ਰੋਫੈਸਰ ਸਾਹਿਬ ਬਹੁਤ ਧੰਨਵਾਦ, ਤੇ ਆਪਣੇ ਸਾਰੇ ਜਿਹੜੇ ਸਾਥੀ ਆ ਉਹਨਾਂ ਨੂੰ ਮੇਰੀਆਂ ਸ਼ੁਭ ਕਾਮਨਾਵਾਂ ਜੀ। ਇਸ ਬੜੇ ਸੰਕਟ ਦੇ ਸਮੇਂ ਵਿੱਚ ਗੁਜ਼ਰ ਰਹੇ ਆ। ਬੜਾ ਭਖਦਾ ਮਸਲਾ ਹੈ ਜੀ ਪੰਜਾਬ ਦਾ, ਤੇ ਬੜੀ ਤਰਾਸਦੀ ਹੈ ਜੀ ਪੰਜਾਬ ਵਾਸਤੇ। ਜੋ ਹਾਲਾਤ ਆ ਪਿਛਲੇ ਦਿਨਾਂ 'ਚ ਸਾਰੇ ਪੰਜਾਬੀਆਂ ਨੇ ਦੇਖੇ, ਪੰਜਾਬ ਦੀ ਕੈਬਨਿਟ ਦੇ ਸੰਬੰਧ ਵਿੱਚ ਬਿਊਰੋਕ੍ਰੇਸੀ ਦੇ ਅਲਕ ਬਹੁਤ ਹੀ ਅਫਸੋਸ ਹੁੰਦਾ ਆਪਾਂ ਨੂੰ ਸਾਰਿਆਂ ਨੂੰ ਕਿ ਕਿੱਡੇ ਆਪਾਂ ਅਗਾਂਹ ਵਧੂ ਸੂਬੇ ਦੇ ਵਸਿੰਦੇ ਆ। ਪੰਜਾਬ ਇੱਕ ਸਟੇਟ ਐਸਾ ਜਿਹੜਾ ਸਾਰੇ ਇੰਡੀਆ ਨੂੰ ਲੀਡ ਕਰਦਾ ਹਰ ਖੇਤਰ ਵਿੱਚ, ਲੇਕਿਨ ਜਦੋਂ ਪੰਜਾਬ ਦਾ ਆਪਣਾ ਇੰਟਰਸਟ ਆਉਂਦਾ ਪੰਜਾਬ ਬਹੁਤ ਪਿੱਛੇ ਰਹਿ ਜਾਂਦਾ ਹੈ। ਤੁਸੀਂ 18 ਸਾਲਾਂ ਦੀਆਂ 3 ਸਰਕਾਰਾਂ ਦੀਆਂ ਫਿਗਰਸ ਦਿੱਤੀਆਂ 2002 ਤੋਂ ਲੈ ਕੇ ਚਲੋ ਹੁਣ 2000, ਲੇਕਿਨ ਮੈਂ ਇਹ ਗੱਲ ਤਾਂ ਕਹਿ ਸਕਦਾ, ਸੂਦ ਸਾਹਿਬ ਮੰਤਰੀ ਸੀਗੇ, ਚਲੋ ਇਹ ਤਾਂ ਆਪ ਵਿੱਚ ਸੀਗੇ, ਆਪ ਸ਼ਾਮਿਲ ਸੀ, ਜਿਹੜੀ 10 ਸਾਲ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਚੱਲੀ ਹੈ, ਉਹਦੇ ਵਿੱਚ ਜਿਹੜਾ ਐਕਸਾਈਜ਼ ਰੈਵਨਿਊ ਆ ਉਹ ਲਗਾਤਾਰ ਟੀਚਿਆਂ ਦੇ ਮੁਤਾਬਕ ਅਕੋਰਡਿੰਗ ਟੂ ਟਾਰਗੇਟਸ ਉਹ ਵੱਧਦਾ ਰਿਹਾ। ਠੀਕ ਆ, ਕਿਤੇ ਘੱਟ ਵਾਧਾ ਕਿਤੇ ਜ਼ਿਆਦਾ ਵਾਧਾ, ਦੈਟ ਇਜ਼ ਅ ਡਿਫਰੈਂਟ ਇਸ਼ੂ। ਲੇਕਿਨ ਅਗਰ ਸਰਕਾਰ ਨੂੰ ਸਹੀ ਤਰੀਕੇ ਨਾਲ ਮਹਿਕਮੇ ਨੂੰ ਆਪਣੇ ਮਿਨਿਸਟਰ ਚਲਾਉਣ, ਅਫਸਰਸ਼ਾਹੀ ਚਲਾਵੇ ਤੇ ਸਰਕਾਰ ਦਾ ਕੰਟਰੋਲ ਹੋਵੇ, ਕੋਈ ਵਾਲੀ ਵਾਰਸ ਹੋਵੇ ਸਰਕਾਰ ਦਾ, ਤਾਂ ਫਿਰ ਤਾਂ ਮਹਿਕਮੇ ਵਧੀਆ ਕਾਰਗੁਜ਼ਾਰੀ ਦਿਖਾਉਂਦੇ ਨੇ। ਐਕਸਾਈਜ਼ ਇੱਕ ਐਸਾ ਮਹਿਕਮਾ ਸਾਹਿਬ, ਉਹ ਤਾਂ ਤੁਹਾਡੀ ਸਰਕਾਰ ਵੇਲੇ ਵੀ, ਉਹ ਤਾਂ ਇਹ ਵੀ ਕਹਿੰਦੇ ਨੇ ਅਕਾਲੀਆਂ ਵੇਲੇ ਵੀ ਬਿਲ ਪਾਵਰ ਦੀ ਕਮੀ ਸੀ, ਚਾਹੇ ਉਹ ਸਰਕਾਰ ਨਹੀਂ। ਵਿਲ ਪਾਵਰ ਕਾਹਦੀ ਕਮੀ ਜੀ? ਦੇਖੋ ਇਹ ਤਾਂ ਇੱਕ ਜਿਹੜਾ ਡਿਫਰੈਂਟ ਪੋਲੀਟੀਕਲ ਇਸ਼ੂ ਆ ਕਿ ਕੀ ਆਪਾਂ ਸ਼ਰਾਬ ਵੇਚਣੀ ਆ ਜਾਂ ਨਹੀਂ ਵੇਚਣੀ, ਉਹ ਵੱਖਰਾ ਮੁੱਦਾ ਹੈ ਜੀ। ਲੇਕਿਨ ਅਸੀਂ ਠੀਕ ਹੈ, ਇਸ ਗੱਲ ਨਾਲ ਸਹਿਮਤ ਹਾਂ। ਅਕਾਲੀ ਦਲ ਇੱਕ ਪੰਥਕ ਪਾਰਟੀ ਹੈ। ਜੇ ਸੂਦ ਸਾਹਿਬ ਕਹਿੰਦੇ ਨੇ ਕਿ ਇੱਥੇ ਸ਼ਰਾਬਬੰਦੀ ਹੋਣੀ ਚਾਹੀਦੀ ਆ, ਅਸੀਂ ਵੀ ਇਸ ਗੱਲ ਨਾਲ ਸਹਿਮਤ ਹਾਂ। ਲੇਕਿਨ ਇਹ ਕੋਈ ਤਰੀਕਾ ਆਪਣੇ ਕਹਿ ਕੇ ਨਹੀਂ ਹੋ ਜਾਣਾ। ਇਹ ਕਿਸੇ ਆਪਾਂ ਨੂੰ ਬਹੁਤ ਵੱਡਾ ਫੈਸਲਾ ਲੈ ਕੇ ਬੜੀ ਦੂਰਨੇਸ਼ੀ ਨਾਲ ਸਾਰੇ ਹਾਲਾਤਾਂ ਨੂੰ ਆਪਾਂ ਨੂੰ ਮੁੱਖ ਰੱਖਦੇ ਹੋਏ ਇੱਦਾਂ ਦਾ ਫੈਸਲਾ ਆਪਾਂ ਲਾਗੂ ਕਰ ਸਕਦੇ ਹਾਂ। ਪੰਜਾਬ ਇੱਕ ਬੜਾ ਸੈਂਸਿਟਿਵ ਅਤੇ ਜਿਹੜਾ ਬਾਰਡਰ ਦਾ ਸੂਬਾ ਹੈ, ਚਲੋ ਤਾਂ ਦੈਟ ਇਜ਼ ਅ ਡਿਫਰੈਂਟ ਇਸ਼ੂ, ਪੋਲੀਟੀਕਲ ਇਸ਼ੂ ਆ। ਜਿਹੜੇ ਅੱਜ ਦੇ ਹਾਲਾਤ ਬਣੇ ਨੇ, ਸ਼ਰਾਬ ਦੀ ਜਿਹੜੀ ਹੋ ਰਹੀ ਆ ਬਲੈਕ ਮਾਰਕੀਟਿੰਗ, ਜਿਹੜਾ ਆਪਣਾ ਲੋਕਡਾਊਨ ਹੋਇਆ ਇਹਦੇ ਵਿੱਚ ਵੀ ਲੋਕੀ ਸ਼ਰਾਬ ਲੈਂਦੇ ਰਹੇ, ਖਰੀਦਦੇ ਰਹੇ, ਉਹਨਾਂ ਨੂੰ ਮਹਿੰਗੇ ਰੇਟ ਤੇ ਸ਼ਰਾਬ ਵਿਕਦੀ ਰਹੀ। ਕੌਣ ਵੇਚਦਾ? ਐਮਐਲਏ ਵੇਚਦੇ ਨੇ ਜਾਂ ਕੋਈ ਆਪਣੇ ਉੱਚ ਕੋਟੀ ਦਾ ਅਫਸਰ ਆ, ਜਿਹੜਾ ਵੱਡਾ ਸੀਨੀਅਰ ਅਫਸਰ ਹੈ ਉਹ ਵੇਚਦਾ। ਇਹ ਦੇਖੋ ਇਹ ਸਾਰੀ ਗੱਲ ਪਬਲਿਕ ਦੇ ਸਾਹਮਣੇ ਆ ਗਈ। ਲੇਕਿਨ ਜੀ ਪੰਜਾਬ ਨੂੰ ਰੈਵਨਿਊ ਐਕਸਾਈਜ਼ ਤੋਂ ਮਿਲ ਸਕਦੀ ਹੈ ਤੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੇ ਪੰਜਾਬ ਦੇ, ਉਹਨਾਂ ਕੋਲ ਮਹਿਕਮਾ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕਿਵੇਂ ਆਪਾਂ ਹਰ ਸਾਲ 2017, 18, 18, 19, 19, 20, 21 ਦਾ ਆਪਣੇ 21, 22 ਕਿਵੇਂ ਆਪਾਂ ਰੈਵਨਿਊ ਵਧਾਉਣਾ ਹੈ ਤੇ 2 ਨੰਬਰ ਦੀ ਜਿਹੜੀ ਸ਼ਰਾਬ ਵਿਕਦੀ ਹੈ ਉਹਨੂੰ ਕਿਵੇਂ ਆਪਾਂ ਘਟਾਉਣਾ ਹੈ। ਇਹ ਸਰਕਾਰ ਜੀ ਆ ਜਿਹੜਾ ਤੁਸੀਂ ਬਡਾਲਾ ਸਾਹਿਬ ਜਿਹੜੀ ਗੱਲ ਹੁਣ ਕੀਤੀ ਹੈ ਨਾ 2 ਨੰਬਰ ਦੀ ਸ਼ਰਾਬ, ਇਹ ਅਸਲ ਆਪਾਂ ਲਾਕਡਾਊਨ 'ਚ ਸੂਦ ਸਾਹਿਬ ਇੱਕ ਗਲਤ ਫਹਿਮੀ ਆਪਾਂ ਨੂੰ, ਜਿਹੜੀ ਤੁਸੀਂ ਵੀ ਥੋੜਾ ਕਿਹਾ ਨਾ ਇਹਨਾਂ ਦਿਨਾਂ 'ਚ ਸ਼ਰਾਬ ਨਹੀਂ ਪੀਤੀ ਗਈ। ਬਹੁਤ ਸਾਰੀ ਜਿਹੜੇ ਲੋਕਾਂ ਨੇ ਸ਼ਰਾਬ ਛੱਡੀ ਨਹੀਂ, ਪੀਂਦੇ ਰਹੇ, ਘਰ ਦੀ ਗੱਡੀ ਪੀਂਦੇ ਜਾਂ ਜਿੱਥੋਂ ਵੀ ਆਉਂਦੀ, ਲੋਕਾਂ ਨੂੰ ਹੋਮ ਡਿਲੀਵਰੀ ਵੀ ਮਿਲਦੀ ਰਹੀ। ਇਹ ਵੀ ਇਲਜ਼ਾਮ ਲੱਗਦੇ ਨੇ। ਆਪਾਂ ਡਾਕਟਰ ਕੇਰ ਸਿੰਘ ਕੋਲ ਵੀ ਜਾਣਾ ਹੈ। ਜਿਸ ਤਰ੍ਹਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਜੋ ਗੱਲ ਬਡਾਲਾ ਸਾਹਿਬ ਕਹਿ ਰਹੇ ਨੇ, ਗੱਲ ਹੈ ਤਾਂ ਠੀਕ ਕਿ ਇਹਦੇ ਲਈ ਵੱਡਾ ਫੈਸਲਾ ਹੈ ਜੇ ਸ਼ਰਾਬਬੰਦੀ ਦੀ ਜੋ ਸੂਦ ਸਾਹਿਬ ਨੇ ਸੁਜੈਸ਼ਨ ਦਿੱਤਾ, ਪਰ ਇੱਕ ਗੱਲ ਤਾਂ ਬਿਲਕੁਲ ਸਪਸ਼ਟ ਹੈ ਜੋ ਅਰੋੜਾ ਸਾਹਿਬ ਨੇ ਉਠਾਈ ਹੈ ਕਿ ਨਹੀਂ ਹੈ ਬਿਲ ਪਾਵਰ, ਨਾ ਉਦੋਂ ਸੀ ਨਾ ਹੁਣ, ਤੇ ਘੱਟੋ ਘੱਟ ਇਹਨੂੰ ਸਹੀ ਤਰੀਕੇ ਦਾ ਇਹਦੀ ਸੇਲ ਹੋਵੇ, ਮਾਫੀਏ ਦਾ ਰਾਜ ਖਤਮ ਹੋਵੇ, ਜਾਂ ਲੋਕਾਂ ਤੱਕ ਜਿਹੜੀ ਇਹਦੀ ਟੈਕਸ ਦਾ ਪੈਸਾ ਪੰਜਾਬ ਦੀ ਜੇਬ 'ਚ ਤਾਂ ਹੋਵੇ। ਇਹ ਵੀ ਇੱਕ ਮਸਲਾ ਹੈ। ਡਾਕਟਰ ਕੇਰ ਸਿੰਘ ਜੀ, ਤੁਸੀਂ ਸਾਰੇ ਪੈਨਲਿਸਟ ਨੂੰ ਸੁਣਿਆ ਹੁਣ ਤੱਕ, ਔਰ ਇਹ ਇੱਕ ਪੋਲੀਟੀਕਲ ਬੰਦੇ ਦੀ ਮਜਬੂਰੀ ਹੁੰਦੀ ਹੈ, ਉਹਨੇ ਆਪਣੇ ਪਾਰਟੀ ਲਾਈਨ ਦੇ ਵਿੱਚ ਦੇ ਐਂਗਲ ਤੋਂ ਬੋਲਣਾ ਹੁੰਦਾ, ਤੇ ਤੁਸੀਂ ਤਾਂ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਰਹੇ ਹੋ ਔਰ ਸਿਆਸੀ ਮਾਹਰ ਹੋ। ਤੁਹਾਨੂੰ ਕੀ ਲੱਗਦਾ ਹੈ ਹੁਣ ਤੱਕ ਦੀ ਜਿਹੜੀ ਸਾਡੀ ਡਿਬੇਟ ਦੇ ਵਿੱਚ, ਕੀ ਕਹੋਗੇ?
ਵਾਲੀਆ ਸਾਹਿਬ ਵਿੱਚ 3-4 ਇਸ਼ੂ ਜਿਹੜੇ ਆਪਣੇ ਆਏ ਨਾ ਡਿਬੇਟ ਚੋਂ, ਸਿਆਣੇ ਸਾਡੇ ਸੱਜਣ ਬੈਠੇ ਹੈ ਸਾਰੇ ਹੀ। ਅਰੋੜਾ ਸਾਹਿਬ ਨੇ ਫੈਕਟਸ ਐਂਡ ਫਿਗਰਸ ਨਾਲ ਗੱਲ ਕੀਤੀ ਹੈ, ਤੀਕਸ਼ਣ ਜੀ ਨੇ ਸਿਧਾਂਤਕ ਗੱਲ ਕੀਤੀ ਹੈ, ਔਰ ਵਡਾਲਾ ਜੀ ਨੇ ਵੀ ਕਿਹਾ ਕਿ ਸਾਡੀ ਪਰਫਾਰਮੈਂਸ ਜਿਹੜੀ ਹੈ ਉਹ ਇੰਨੀ ਮਾੜੀ ਨਹੀਂ ਰਹੀ ਜਿੰਨੀ ਇਸ ਵੇਲੇ ਦੀ ਸਰਕਾਰ ਦੀ ਹੈ। ਮੈਂ ਸਮਝਦਾ ਕਿ 3 ਗੱਲਾਂ ਇਹਦੇ 'ਚ ਬੜੀਆਂ ਸਪਸ਼ਟ ਹੈ, ਜਿਹਦੇ ਬਾਰੇ ਮੇਰੀ ਸਮਝ 'ਚ ਇਹ ਗੱਲਾਂ ਆਉਂਦੀਆਂ ਕਿ ਸਿਧਾਂਤਕ ਤੌਰ 'ਤੇ ਸਾਨੂੰ ਫੈਸਲਾ ਕਰਨਾ ਚਾਹੀਦਾ ਹੈ ਕਿ ਇੰਸਟੀਟਿਊਸ਼ਨ ਜਿਹੜਾ ਇਸ ਵੇਲੇ ਪ੍ਰਾਈਵੇਟ ਠੇਕੇ ਤੇ ਸ਼ਰਾਬ ਨੂੰ ਵੇਚਣ ਦਾ ਹੈਗਾ, ਕੀ ਇਹ ਜਨਤਕ ਹਿੱਤ ਵਿੱਚ ਹੈ ਜਾਂ ਨਹੀਂ। ਤੇ ਸਾਡਾ ਤਜਰਬਾ ਇਹ ਦੱਸਦਾ ਹੈ, ਜੇ ਅਸੀਂ ਦਿੱਲੀ ਔਰ ਦੂਸਰੇ ਸਰਕਾਰਾਂ ਜਿੱਥੇ ਇਹ ਸਰਕਾਰ ਵੱਲੋਂ ਠੇਕੇ ਹੈਗੇ ਹੈ, ਜੇ ਉਹਨਾਂ ਦਾ ਤਜਰਬਾ ਧਿਆਨ 'ਚ ਰੱਖੀਏ ਤੇ ਮੈਂ ਸਮਝਦਾ ਹਾਂ ਕਿ ਉਹ ਤੋਂ ਸਾਨੂੰ ਸਿੱਖਣਾ ਚਾਹੀਦਾ ਹੈ। ਉਹ ਬੈਟਰ ਆਪਸ਼ਨ ਹੈ। ਜਿਸ ਤਰ੍ਹਾਂ ਅਸੀਂ ਹੁਣ ਠੇਕੇ ਤੇ ਪ੍ਰਾਈਵੇਟ ਬੰਦਿਆਂ ਨੂੰ ਠੇਕਾ ਦੇ ਕੇ ਗੱਲ ਕਰਦੇ ਹਾਂ, ਇਹਦੇ ਵਿੱਚ ਜਨਤਕ ਰੈਵਨਿਊ ਜਿਹੜਾ ਹੈ ਉਹ ਬਹੁਤ ਉਹਦੀ ਲੀਕੇਜ ਹੋ ਜਾਂਦੀ ਹੈ। ਸੋ ਇੱਕ ਗੱਲ ਤਾਂ ਮੈਂ ਸਮਝਦਾ ਕਿ ਸਾਨੂੰ ਇਹਦੇ ਬਾਰੇ ਬੜੇ ਧਿਆਨ ਨਾਲ ਸੋਚਣ ਦੀ ਲੋੜ ਹੈ ਕਿ ਕੀ ਇਸ ਵੇਲੇ ਜੋ ਸਿਸਟਮ ਅਸੀਂ ਅਡਾਪਟ ਕੀਤਾ ਹੋਇਆ ਉਹ ਜਨਤਕ ਹਿੱਤ ਵਿੱਚ ਹੈ ਜਾਂ ਇਹਦੇ ਨਾਲੋਂ ਕੋਈ ਬੈਟਰ ਆਪਸ਼ਨ ਸਾਡੇ ਕੋਲ ਹੈਗੀ ਹੈ। ਦੂਸਰੀ ਗੱਲ ਮੈਂ ਸਮਝਦਾ ਹਾਂ ਕਿ ਤੀਕਸ਼ਣ ਜੀ ਜਿਹੜੀ ਗੱਲ ਕਹਿ ਰਹੇ ਹੈ, ਸਿਧਾਂਤਕ ਤੌਰ ਤੇ ਇਹਦੇ ਨਾਲ ਬਿਲਕੁਲ ਸਹਿਮਤੀ ਹੀ ਸਾਡੀ ਸਾਰਿਆਂ ਦੀ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਵਡਾਲਾ ਸਾਹਿਬ ਕਹਿ ਰਹੇ ਸੀਗੇ ਕਿ ਅਕਾਲੀ ਦਲ ਤੇ ਪੰਥਕ ਪਾਰਟੀ ਹੈ, ਉਹ ਇਸ ਤਰ੍ਹਾਂ ਹੀ ਸੋਚ ਸਕਦੀ ਹੈ। ਪਰ ਸਮੱਸਿਆ ਇਸ ਵੇਲੇ ਇੱਥੇ ਇਸ ਕਿਸਮ ਦੀ ਨਹੀਂ ਹੈ ਕਿ ਸਿਧਾਂਤਕ ਤੌਰ ਤੇ ਕੀ ਚਾਹੀਦਾ ਤੇ ਕੀ ਨਹੀਂ ਚਾਹੀਦਾ। ਸਾਡਾ ਇਹ ਦੇਖਣਾ ਚਾਹੀਦਾ ਹੈ ਕਿ ਸਾਰੇ ਸੰਸਾਰ ਦੇ ਵਿੱਚ ਦਾਰੂ ਬਾਰੇ, ਇਹ ਨਸ਼ੇ ਬਾਰੇ ਜੋ ਵੀ ਸਾਡਾ ਤਜਰਬਾ ਹੈਗਾ, ਇਹ ਅਸੀਂ ਦੇਖ ਲਿਆ ਹੋਇਆ ਕਿ ਜਿੱਥੇ ਕਿਤੇ ਵੀ ਨਸ਼ਾਬੰਦੀ ਹੋਈ ਹੈ ਉੱਥੇ ਇਹ ਕਾਮਯਾਬ ਨਹੀਂ ਹੋਈ। ਵਾਲੀਆ ਸਾਹਿਬ, ਇਹ ਸਾਨੂੰ ਵਾਪਸ ਲੈਣੀ ਪਈ ਨੀਤੀ, ਔਰ ਵਾਪਸ ਲੈ ਕੇ ਨੀਤੀ ਇਹਦੀ ਫਿਰ ਖੁੱਲ੍ਹ ਦੇਣੀ ਪਈ। ਇਹਦਾ ਕਾਰਨ ਇਹ ਹੈ ਵਾਲੀਆ ਸਾਹਿਬ, ਜਦੋਂ ਆਪਾਂ ਇਸ ਤਰ੍ਹਾਂ ਦੀ ਨਸ਼ਾਬੰਦੀ ਕਰ ਦਿੰਦੇ ਹਾਂ, ਜਿਹੜੀ ਹੁਣ ਦੇਖੋ ਨਸ਼ਾ ਲੈਣ ਦੀ ਆਦਤ ਹੈ ਉਹ ਲੋਕਾਂ 'ਚ ਸੱਭਿਆਚਾਰਕ ਤੌਰ ਤੇ ਵੀ ਹੈਗੀ ਹੈ ਔਰ ਕੁਝ ਮਾਨਸਿਕ ਕਮਜ਼ੋਰੀਆਂ ਕਰਕੇ ਵੀ ਹੈਗੀ ਹੈ, ਔਰ ਮੈਂ ਸਮਝਦਾ ਕਿ ਪੱਛਮ ਦਾ ਪ੍ਰਭਾਵ ਕਰਕੇ ਵੀ ਹੈਗੀ ਹੈ। ਇਹ ਤਿੰਨੇ ਹੀ ਸਾਡੇ ਉੱਪਰ ਫੈਕਟਰ ਬੜੇ ਮਹੱਤਵਪੂਰਨ ਨੇ, ਜਿਨ੍ਹਾਂ ਕਰਕੇ ਜੇ ਅਸੀਂ ਨਸ਼ਾਬੰਦੀ ਕਰਨ ਬਾਰੇ ਸੋਚੀਏ ਤੇ ਸ਼ਾਇਦ ਇਹਦੇ ਵਿੱਚ ਅਸੀਂ ਸਫਲ ਨਾ ਹੋ ਸਕੀਏ। ਆਪਾਂ ਦੇਖਿਆ ਹੈ ਕਿ ਜਿੱਥੇ ਕਿਤੇ ਵੀ ਨਸ਼ਾਬੰਦੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉੱਥੇ ਜਿਸ ਨੂੰ ਆਪਾਂ ਕਹਿੰਦੇ ਨਾ ਨਜਾਇਜ਼ ਸ਼ਰਾਬ ਹੈ, ਨਜਾਇਜ਼ ਜਿਹੜਾ ਹੈ ਵਪਾਰ ਜਿਹੜਾ ਹੈ ਉਹ ਬਹੁਤ ਚਾਲੂ ਹੋ ਜਾਂਦਾ ਹੈ, ਔਰ ਉਹਦੇ ਨਾਲ ਸਗੋਂ ਮੌਤਾਂ ਬਹੁਤ ਜ਼ਿਆਦਾ ਹੁੰਦੀਆਂ। ਘਟੀਆ ਕਿਸਮ ਦੀ ਸ਼ਰਾਬ, ਘਟੀਆ ਕਿਸਮ ਦਾ ਨਸ਼ਾ ਔਰ ਹੋਰ ਇਹੋ ਜਿਹੀਆਂ ਗੱਲਾਂ ਹੁੰਦੀਆਂ ਜਿਹਦੇ ਨਾਲ ਇਹ ਸਗੋਂ ਕਾਊਂਟਰ ਪ੍ਰੋਡਕਟਿਵ ਹੁੰਦੀ ਹੈ, ਜਨਤਕ ਹਿੱਤ ਦੇ ਵਿੱਚ ਨਹੀਂ ਚੱਲਦੀ। ਸੋ ਸਾਨੂੰ ਇਹ ਸੋਚਣਾ ਪੈਣਾ ਹੈ ਕਿ ਸਾਡੀ ਵਾਸਤਵਿਕਤਾ ਕੀ ਹੈ। ਵਾਸਤਵਿਕਤਾ ਇਹ ਹੈ, ਇਸ ਵੇਲੇ ਦੀ ਮਾਨਸਿਕਤਾ ਕੀ ਹੈ। ਜਿੰਨਾ ਚਿਰ ਮਾਨਸਿਕਤਾ ਤਿਆਰ ਨਹੀਂ ਕਰਦੇ, ਉਹਨਾਂ ਚਿਰ ਅਸੀਂ ਨਸ਼ਾਬੰਦੀ ਜਦੋਂ ਕਰਾਂਗੇ ਤੇ ਇਹ ਕਾਊਂਟਰ ਪ੍ਰੋਡਕਟਿਵ ਹੋਏ। ਤੀਸਰੀ ਗੱਲ ਜਿਹੜੀ ਹੈ ਜੀ ਡਾਕਟਰ ਕੇਰ ਸਿੰਘ ਜੀ ਡਾਕਟਰ ਕੇਰ ਸਿੰਘ ਜੀ ਗੱਲ ਜਿਹੜੀ ਹੈ ਇਹ ਕਾਫੀ ਹੱਦ ਤੱਕ ਤੁਹਾਡੀ ਠੀਕ ਹੈ ਕਿ ਕਾਫੀ ਫਿਰ ਉਹੀ ਗੱਲ ਸ਼ੁਰੂ ਹੋ ਜੂ, ਅਫੀਮ ਦੇ ਠੇਕੇ ਜਿਹੜੇ ਨੇ ਉਹ ਬੰਦ ਹੋਏ ਤੇ ਹੁਣ ਸਭ ਤੋਂ ਜ਼ਿਆਦਾ ਸਰਕਾਰਾਂ ਦਾ, ਸਮਗਲਰਾਂ ਦਾ, ਤਸਕਰਾਂ ਦਾ ਕੰਮ ਸ਼ੁਰੂ ਹੋ ਗਿਆ। ਇੱਥੇ ਤੱਕ ਤਾਂ ਗੱਲ ਠੀਕ ਹੈ, ਲੇਕਿਨ ਅਰੋੜਾ ਸਾਹਿਬ ਇੱਕ ਗੱਲ ਆਪਾਂ, ਇਹ ਗੱਲ ਤਾਂ ਹੋ ਗਈ, ਲੇਕਿਨ ਇਹ ਗੱਲ ਤੁਹਾਨੂੰ ਹੀ ਲੱਗਦੀ, ਚਾਹੇ ਸੂਦ ਸਾਹਿਬ ਕਹਿਣ ਬਿਲ ਪਾਵਰ ਤਾਂ ਹੁਣ ਵੀ ਨਹੀਂ ਨਜ਼ਰ ਆਉਂਦੀ, ਲੇਕਿਨ ਇੱਕ ਗੱਠਜੋੜ ਜਿਹੜਾ ਹੈ ਉਹ ਇਹਨਾਂ ਦੀਆਂ ਸਰਕਾਰਾਂ ਨਾਲੋਂ, ਅਕਾਲੀ ਭਾਜਪਾ ਦੀ ਸਰਕਾਰ ਨਾਲੋਂ ਵੱਡਾ ਗੱਠਜੋੜ ਬਣ ਗਿਆ। ਔਰ ਇਹ ਗੱਠਜੋੜ ਦੇ ਵਿੱਚ ਜੋ ਕੁਝ ਪਿਛਲੇ ਦਿਨ ਹੀ ਚੱਲ ਰਿਹਾ ਹੈ, ਇਸ ਕਿਸਮ ਦੀ ਸਫਬੰਦੀ, ਇਸ ਕਿਸਮ ਦੀ ਘੇਰਾਬੰਦੀ ਇਹ ਕਦੇ ਨਹੀਂ ਹੋਈ ਸੀ ਕਿ ਜਾਤ ਦੇ ਨਾਂ ਤੇ, ਭਾਈਚਾਰਾ ਦੇ ਨਾਂ ਤੇ ਇੱਕ ਦੂਜੇ ਨਾਲ ਇਸ ਤਰ੍ਹਾਂ ਅਟੈਕ ਕੀਤੇ ਜਾਣ। ਇਹਨੂੰ ਕਿਵੇਂ ਲਿਆ ਤੁਸੀਂ? ਨਹੀਂ ਦੇਖੋ, ਮੈਂ ਸਮਝਦਾ ਕਿ ਇਹ ਤਾਂ ਨਾ ਜੀ ਇਹਨਾਂ 2-3 ਦਿਨਾਂ ਦੇ ਵਿੱਚ ਅਨਫੋਰਚੂਨੇਟਲੀ ਜਦ ਸਾਰੀ ਦੁਨੀਆ ਕਰੋਨਾ ਦੇ ਨਾਲ ਲੜ ਰਹੀ ਹੈ, ਆਪਣੇ ਪੰਜਾਬ ਨੇ, ਆਪਣੀਆਂ ਸਰਕਾਰਾਂ ਨੇ ਤੇ ਸਮਾਜਿਕ ਤੌਰ ਦੇ ਉੱਪਰ ਵੀ ਇਹ ਦੋ ਤਰ੍ਹਾਂ ਦੇ ਬਹੁਤ ਵੱਡੇ ਨਿਘਾਰ ਨੇ ਜਿਹੜੇ, ਇੱਕ ਜਿਸ ਤਰੀਕੇ ਦੇ ਨਾਲ ਕਨਸਟੀਟਿਊਸ਼ਨਲ ਕ੍ਰਾਈਸਿਸ ਅੱਜ ਪੰਜਾਬ ਦੇ ਵਿੱਚ ਬਣਿਆ ਹੋਇਆ, ਔਰ ਦੂਜਾ ਉਸ ਤੋਂ ਬਾਅਦ ਉਸ ਇਸ਼ੂ ਨੂੰ ਡਾਇਵਰਟ ਕਰਨ ਦੇ ਲਈ ਜਿਹੜਾ ਮੈਂ ਸਮਝਦਾ ਕਿ ਇਹ ਜਾਤੀ ਵਾਲੀਆਂ ਗੱਲਾਂ ਕਹੀਆਂ ਗਈਆਂ ਨੇ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਹੈਗਾ।
ਜਿਹੜਾ ਤੁਸੀਂ ਕਿਹਾ ਗੱਠਜੋੜ ਵਾਲੀ, ਗੱਠਜੋੜ ਕੋਈ ਡਾਊਟ ਨਹੀਂ ਹੈ। ਮੈਂ ਤੀਕਸ਼ਣ ਸੂਦ ਜੀ ਨੇ ਮੈਂ ਬਹੁਤ ਸਤਿਕਾਰ ਕਰਦਾ ਇਹਨਾਂ ਨੇ ਗੱਲ ਕੀਤੀ ਕਿ ਕਾਫੀ ਲੋਕਾਂ ਨੂੰ ਇਸ ਲੋਕਬੰਦੀ ਦੇ ਦੌਰਾਨ ਸ਼ਰਾਬ ਪੀਣ ਨੂੰ ਨਹੀਂ ਮਿਲੀ, ਐਗਰੀਡ ਕਿ ਬਹੁਤ ਬੰਦਿਆਂ ਨੂੰ ਨਹੀਂ ਮਿਲੀ ਹੋਊਗੀ, ਪਰ ਡਾਕਟਰ ਸਾਹਿਬ ਵਾਲੀਆ ਸਾਹਿਬ, ਪੰਜਾਬ ਦਾ ਜਿਹੜਾ ਮਾਫੀਆ, ਸ਼ਰਾਬ ਮਾਫੀਆ, ਉਹ ਇੰਨੀਆਂ ਕਿ ਜੜ੍ਹਾਂ ਡੂੰਘੀਆਂ ਕਰ ਚੁੱਕਿਆ ਕਿ ਮੈਂ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ ਤਾਂ ਦਾਰੂ ਪਹੁੰਚਾਉਣੀ ਦੂਰ ਦੀ ਗੱਲ ਹੈ। ਆਪਾਂ ਨੂੰ ਸ਼ਾਇਦ ਤੁਸੀਂ ਦੇਖਿਆ ਹੋਵੇ ਕਿ ਅੱਜ ਕੱਲ ਪੰਜਾਬ ਦੇ ਵਿੱਚ ਉਹਨੀਆਂ ਲੈਣਾ ਲੱਗੀਆਂ ਨਹੀਂ ਹੋਈਆਂ, ਕਿਉਂਕਿ ਜਿੱਦਾਂ ਬਾਹਰਲੀਆਂ ਸਟੇਟਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਠੇਕਿਆਂ ਦੇ ਬਾਹਰ। ਉਹਦਾ ਕਾਰਨ ਇਹ ਨਹੀਂ ਕਿ ਲੋਕਾਂ ਨੇ ਸ਼ਰਾਬ ਪੀਣੀ ਛੱਡਤੀ, ਉਹਦਾ ਕਾਰਨ ਇਹ ਹੈ ਕਿ ਲੋਕਡਾਊਨ ਦੇ 1.5 ਮਹੀਨੇ ਦੇ ਦੌਰਾਨ ਵੀ ਲੋਕਾਂ ਨੂੰ 2 ਨੰਬਰ ਦੇ ਵਿੱਚ ਸ਼ਰਾਬ ਹੈ ਜਿਹੜੀ ਬੜੀ ਈਜ਼ੀਲੀ ਅਵੇਲੇਬਲ ਰਹੀ ਹੈ। ਮੈਂ ਤੁਹਾਨੂੰ ਪੰਜਾਬ ਦਾ ਮਾਫੀਆ ਤਾਂ ਬਾਹਰਲੀਆਂ ਸਟੇਟਾਂ ਦੇ ਵਿੱਚ ਵੀ ਇੰਨਾ ਕੁ ਐਕਟਿਵ ਰਿਹਾ। ਮੇਰੇ ਕੋਲੇ FIR ਪਈ ਹੈ ਮੁਰਥਲ ਦੀ, ਔਰ ਕਦੋਂ ਦੀ ਹੈ 1/5/2020 ਯਾਨੀ ਕਿ 13 ਦਿਨ ਪਹਿਲਾਂ ਦੀ FIR ਨੰਬਰ ਹੈਗੀ 141 ਸੋਨੀਪਤ। 6 ਟਰੱਕ ਨੇ ਜਿਹੜੇ ਮੁਰਥਲ ਦੇ ਵਿੱਚ ਫੜੇ ਗਏ। ਇਸ ਤੋਂ ਬਾਅਦ ਸੋਨਾ ਯਾਨੀ ਕਿ ਗੁੜਗਾਉਂ, ਕਦੋਂ ਦੀ FIR 26/4 ਦੀ, ਪੰਜਾਬ ਦਾ ਰਾਜਪੁਰੇ ਦੀ ਡਿਸਟਿਲਰੀ ਦਾ ਟਰੱਕ ਹੈ ਜਿਹੜਾ ਉਹ ਉੱਥੇ ਫੜਿਆ ਜਾਂਦਾ ਹੈ। ਮੇਰੇ ਕੋਲ FIR ਹੈਗੀ ਰੋਪੜ ਦੀ, ਕਦੋਂ ਦੀ ਹੈ ਜੀ 18/4 ਦੀ, ਯਾਨੀ ਕਿ ਲੋਕਡਾਊਨ ਕਰਫਿਊ ਲੱਗਿਆ ਹੋਇਆ ਹੈ। ਮੇਰੇ ਕੋਲ ਹੈਗੀ FIR ਮਹਾਰਾਸ਼ਟਰ ਦੀ, ਮੇਰੇ ਕੋਲ FIR ਹੈਗੀ ਰਾਜਸਥਾਨ ਬਿਵਾੜੀ ਜ਼ਿਲ੍ਹੇ ਦੀ। ਮੇਰਾ ਕਹਿਣ ਦਾ ਮਕਸਦ ਮਤਲਬ ਸਿਰਫ ਇੰਨਾ ਹੈ ਕਿ ਇਹਦੀਆਂ ਜੜ੍ਹਾਂ ਇੰਨੀਆਂ ਡੂੰਘੀਆਂ ਹੋ ਚੁੱਕੀਆਂ ਕਿ ਲੋਕਡਾਊਨ ਕਰਫਿਊ ਦੇ ਦੌਰਾਨ ਵੀ ਪੰਜਾਬ ਦੇ ਵਿੱਚੋਂ ਟਰੱਕਾਂ ਦੇ ਟਰੱਕ ਨੇ ਜਿਹੜੇ ਭਰ ਕੇ ਉਹ ਇਕੱਲੇ ਪੰਜਾਬ ਨੂੰ ਨਹੀਂ ਪਿਆ ਰਹੇ ਹੈਗੇ, ਸਪਲਾਈ ਕਰ ਰਹੇ ਹੈਗੇ, ਉਹ ਆਸੇ-ਪਾਸੇ ਦੀਆਂ 3-4 ਸਟੇਟਾਂ ਨੂੰ ਤੱਕ ਪਹੁੰਚ ਹੈ ਉਹਨਾਂ ਦੀ। ਇੰਨਾ ਡੂੰਘਾ। ਹੁਣ ਮੁੱਕਦੀ ਗੱਲ ਇਹ ਹੈ ਕਿ ਸਰਕਾਰਾਂ ਜੇ ਚਾਹਣ ਤਾਂ ਉਹਨਾਂ ਦੀ ਮਰਜ਼ੀ ਤੋਂ ਬਿਨਾਂ, ਉਹਨਾਂ ਦੀ ਇੱਛਾ ਤੋਂ ਬਿਨਾਂ ਇੱਕ ਪੰਛੀ ਵੀ ਫੰਗ ਨਹੀਂ ਮਾਰ ਸਕਦਾ ਹੈਗਾ। ਤੇ ਇੱਥੇ ਟਰੱਕਾਂ ਦੇ ਟਰੱਕ ਮੈਂ ਤੁਹਾਨੂੰ ਅੱਜ ਦੀ ਖਬਰ ਦੇਣਾ, ਤੁਹਾਨੂੰ ਅੱਜ ਦੀ ਖਬਰ ਦੇਣਾ ਵਾਲੀਆ ਸਾਹਿਬ, ਇੱਕ ਤੱਥ ਭੁੱਲ ਗਏ ਜਿਹੜਾ 368 ਕਰੋੜ ਦੇ ਡਿਫਾਲਟਰ ਨੇ ਠੇਕੇਦਾਰ, ਅਕਾਲੀ ਸਰਕਾਰ ਦੇ ਅਖੀਰਲੇ ਸਾਲ ਉਹਨਾਂ ਨੇ ਕੁਝ ਨਹੀਂ ਦਿੱਤਾ, ਉਹ ਵੀ ਨਹੀਂ ਕੈਪਟਨ ਸਾਹਿਬ ਨੇ ਲਿਆ, 3 ਸਾਲ ਨਿਕਲ ਗਏ। ਹੁਣ ਉਹਦੇ ਵਾਲੀਆ ਸਾਹਿਬ 1 ਮਿੰਟ, ਹੁਣ ਉਹਦੀ ਤੁਸੀਂ ਫਿਗਰ ਦੇਖ ਲਓ। ਮੇਰੇ ਕੋਲ 2012-13 ਦਾ ਚਾਰਟ ਹੈਗਾ। ਇਹਦੇ ਵਿੱਚ 2015-16 ਦੇ ਵਿੱਚ ਜਦੋਂ ਅਕਾਲੀ ਦਲ ਦੀ ਸਰਕਾਰ ਸੀ 4843.46 ਕਰੋੜ ਦਾ ਮਾਲੀਆ ਕਲੈਕਸ਼ਨ ਹੋਇਆ, ਤੇ 16-17 ਦੇ ਵਿੱਚ 4405 ਕਰੋੜ ਦਾ, ਯਾਨੀ ਕਿ -437.73 ਕਰੋੜ, 437 ਕਰੋੜ ਹੈ ਜਿਹੜਾ ਉਹ ਮਾਲੀਆ ਪੰਜਾਬ ਕੋਲੇ ਘੱਟ ਆਇਆ। ਉਨੀ ਹੀ ਫਿਗਰ ਜਿਹੜੀ 400-368 ਕਰੋੜ ਦੀ ਤੁਸੀਂ ਕਹੀ ਜਾਂਦੇ ਹੋ, ਉਹ ਇਹਨਾਂ ਠੇਕੇਦਾਰਾਂ ਵੱਲ ਡਿਊ ਪਈ ਹੈ। ਨਾ ਉਦੋਂ ਦੀ ਸਰਕਾਰ ਨੇ ਇਹਨਾਂ ਨੂੰ ਬੁਲਾ ਕੇ ਪੁੱਛਿਆ ਭਾਈ ਮਾਲੀਆ ਨਾ ਹੋਣ ਵਾਲੇ ਮੋਤੀ ਵਾਲੀ ਸਰਕਾਰ ਨੇ ਪੁੱਛਿਆ। ਅਰੋੜਾ ਸਾਹਿਬ ਇਸੇ ਕਰਕੇ ਡਾਕਟਰ ਕੇਰ ਸਿੰਘ ਜਿਹੜੇ ਕਹਿ ਰਹੇ ਨੇ ਕਿ ਮੈਂ ਡਾਕਟਰ ਕੇਰ ਸਿੰਘ ਜੀ ਦੀ ਗੱਲ ਨਾਲ 100% ਸਹਿਮਤ ਹਾਂ ਜੀ। ਸਰਕਾਰ ਨੂੰ ਸੋਚਣਾ, ਦਿੱਲੀ ਦੀ ਐਗਜ਼ਾਮਪਲ, ਗੋਆ ਦੀ ਐਗਜ਼ਾਮਪਲ ਸਾਨੂੰ ਦੇਖ ਲੈਣੀ ਚਾਹੀਦੀ ਹੈ। ਸੂਦ ਸਾਹਿਬ ਹਾਲਾਤ ਇਹ ਨੇ, ਮੈਂ ਕਹਿ ਰਿਹਾ ਕਿ ਤੁਸੀਂ ਤਾਂ ਮਹਿਕਮਾ ਵੀ ਦੇਖਿਆ, ਚਾਹੇ ਐਜ ਸਟੇਟ ਮਿਨਿਸਟਰ ਦੇਖਿਆ, ਇਹ ਸਰਕਾਰ ਦੇ ਹੱਥ 'ਚ ਹੀ ਨਹੀਂ ਇਹਨਾਂ ਨੂੰ ਕਾਬੂ ਕਰਨਾ। ਠੇਕੇਦਾਰਾਂ ਨੂੰ ਤਾਂ ਹੁੰਦਾ ਕੀ ਹੈ? ਵਾਲੀਆ ਸਾਹਿਬ, ਆਪਾਂ ਹੁਸਨੀਆਂ ਗੱਲਾਂ ਹੁਣ ਤੱਕ ਕੀਤੀਆਂ, ਸਿਧਾਂਤਕ ਕੀਤੀਆਂ, ਜਨਰਲ ਕੀਤੀਆਂ। ਆਪਾਂ ਇਸ ਇਸ਼ੂ ਤੇ ਆਈਏ ਜਿੱਥੇ ਅੱਜ ਖੜੇ ਆ, ਇਹ ਤੋਂ ਇਹ ਲੱਗਦਾ ਕਿ ਐਕਸਾਈਜ਼ ਦਾ ਇਸ਼ੂ ਘੱਟ ਹੈ। ਇਹ ਵੱਡਾ ਇਸ਼ੂ ਇਸ ਵੇਲੇ ਜਿਹੜਾ ਇੱਥੇ ਰਾਜਨੀਤਿਕ ਡਰਾਮਾ ਹੋਇਆ, ਉਹਦੇ ਵਿੱਚ ਵੱਡਾ ਇਸ਼ੂ ਇਹ ਆ ਕਿ ਕਿਆ ਸਰਕਾਰ ਦਾ ਮੁੱਖ ਮੰਤਰੀ ਕਮਾਂਡ ਰੱਖ ਰਿਹਾ, ਕਿਆ ਸਰਕਾਰ ਦੇ ਮੁੱਖ ਮੰਤਰੀ ਜਿਹੜਾ ਆ ਉਹ ਸਰਕਾਰ ਚਲਾ ਰਿਹਾ ਜਾਂ ਸਰਕਾਰ ਚੱਲ ਰਹੀ ਆ। ਇੱਥੇ ਇਸ ਵੇਲੇ ਇੰਨੀ ਆਪਾਤਾਪੀ ਪੈ ਗਈ ਐਕਸਾਈਜ਼ ਦੇ ਇਸ਼ੂ ਤੇ, ਐਵੇਂ ਲੱਗਦਾ ਕਿ ਜਿਵੇਂ ਮੰਤਰੀ ਇੱਕ ਪਾਸੇ, ਠੇਕੇਦਾਰ ਇੱਕ ਪਾਸੇ, ਸਰਕਾਰੀ ਜਿਹੜੇ ਬਿਊਰੋਕਰੇਟ ਇੱਕ ਪਾਸੇ, ਇਹ ਸਾਰੇ ਜਿੱਦਾਂ ਠੇਕੇਦਾਰ ਆਪਸ ਚ ਲੜਦੇ ਆ। ਪਤਾ ਨਹੀਂ ਇਹਨਾਂ ਦਾ ਕੀ ਹਿੱਤ ਆ, ਕੀ ਮਫਾਦ ਆ, ਕੀ ਇੰਟਰਸਟ ਆ। ਕਿਉਂਕਿ ਕੈਪਟਨ ਸਾਹਿਬ ਨੇ ਤਾਂ ਆਪਣੇ ਕੋਲੋਂ ਲਾਤਾ, ਮੰਤਰੀਆਂ ਨੂੰ ਕਹਤਾ ਤੁਸੀਂ ਐਕਸਾਈਜ਼ ਡਿਕਲੇਅਰ ਕਰ ਦਿਓ, ਅੱਗੇ ਉਹਨਾਂ ਨੇ ਠੇਕੇਦਾਰ ਤੇ ਛੱਡਤਾ ਤੁਸੀਂ ਘਰਾਂ ਚ ਪਹੁੰਚਾਣੀ ਆ, ਨਾ ਪਹੁੰਚਾਓ। ਸੋ ਮੇਰੇ ਕਹਿਣ ਦਾ ਮਤਲਬ ਇਸ ਲਈ ਟੋਟਲ ਕਲੈਪਸ ਡਾਊਨ ਆਫ ਦਾ ਗਵਰਨਮੈਂਟ ਜਿਹੜੀ ਹੈਗੀ ਆ ਪੰਜਾਬ ਦੇ ਵਿੱਚ, ਉਹ ਇੱਕ ਮੰਨੀ ਜਾਣੀ ਚਾਹੀਦੀ ਆ। ਕਿਉਂਕਿ ਚੀਫ ਸੈਕਟਰੀ ਦੇ ਅਗੇਂਸਟ ਜਿੱਦਾਂ ਜਿਸ ਢੰਗ ਨਾਲ ਵਾਵੇਲਾ ਖੜਾ ਹੋਇਆ, ਜਿਸ ਢੰਗ ਨਾਲ ਬਵਾਲ ਨਿਕਲਿਆ ਆ, ਉਹ ਇਹ ਨਹੀਂ ਆ ਵੀ ਉਹ ਕੋਈ ਸੁਪਰਫਿਸ਼ੀਅਲ ਆ, ਜਿੱਦਾਂ ਇੱਕ ਸਧਾਰਨ ਖਬਰ ਆ,
ਇਹਦੀਆਂ ਜੜ੍ਹਾਂ ਬਹੁਤ ਡੂੰਘੀਆਂ ਔਰ ਆने वाले समय ਵੀ ਤੁਸੀਂ ਇਹ ਦੇਖੋਗੇ ਕਿ ਇਹ ਮੁੱਕਣੇ ਵਾਲੀ ਨਹੀਂ ਹੈਗੀ। ਸਰਕਾਰ ਤੇ ਕੰਟਰੋਲ ਨਹੀਂ ਆ। ਸਰਕਾਰ ਹੁਣ ਇੰਨਾ ਗੰਭੀਰ ਸਮਾਂ ਚੱਲ ਰਿਹਾ ਸੀ COVID-19 ਦਾ, ਉਧਰ ਇਹਦਾ ਕਾਰਨ ਸੂਦ ਸਾਹਿਬ ਇਹ ਲੱਗਦਾ ਹੈ ਕਿ ਸਰਕਾਰ ਚਾਹੇ ਅਕਾਲੀ ਹੋਣ ਚਾਹੇ ਭਾਰਤੀ ਜਨਤਾ ਪਾਰਟੀ ਸ਼ਾਇਦ ਘੱਟ ਨੇ, ਚਾਹੇ ਕਾਂਗਰਸੀ ਹੋਣ, ਇਹਨਾਂ ਦੇ ਆਪਦੇ ਐਮਐਲਏਜ਼ ਇਸ ਕਾਰੋਬਾਰ 'ਚ ਸ਼ਾਮਲ ਨੇ, ਇਸ ਕਰਕੇ ਕੁਝ ਹੁੰਦਾ? ਨਹੀਂ, ਬਿਲਕੁਲ ਨਹੀਂ ਹੋਣੇ ਚਾਹੀਦੇ। ਜਿੱਦਾਂ ਅਮਨ ਅਰੋੜਾ ਜੀ ਨੇ ਕਿਹਾ, ਬਿਲਕੁਲ ਸਹੀ ਸਲਾਹ ਆ। ਇਹ ਕਿਸੇ ਨੂੰ ਵਿੱਚ ਜਿੱਥੇ ਕਨਫਲਿਕਟ ਆਫ ਇੰਟਰਸਟ ਆ ਉਹਨੂੰ ਵਿੱਚ ਨਹੀਂ ਆਉਣ ਦੇਣਾ ਚਾਹੀਦਾ, ਔਰ ਪੋਲੀਟੀਕਲ ਬੰਦੇ ਤਾਂ ਬਿਲਕੁਲ ਨੇੜੇ ਦੇ ਨਹੀਂ ਲੰਘਣੇ ਚਾਹੀਦੇ ਇਹਨਾਂ ਚੀਜ਼ਾਂ ਦੇ। ਇਹ ਤਾਂ ਇੰਸ਼ੋਰ ਕਰਨਾ ਪਏਗਾ ਸਾਡੇ ਪੰਜਾਬ ਦੇ ਲੋਕਾਂ ਨੂੰ ਕਿ ਉਹਨਾਂ ਲੋਕਾਂ ਨੂੰ ਹੀ ਵੋਟ ਕਰੀਏ। ਲਾਅ ਤਾਂ ਸਭ ਜਗ੍ਹਾ ਬਣਿਆ, ਕਮੇਟੀ ਦੇ ਵਿੱਚ ਮਿਊਨਿਸਪੈਲਿਟੀ ਦਾ ਕੋਈ ਬਲੱਡ ਰਿਲੇਸ਼ਨ ਨਹੀਂ ਠੇਕੇਦਾਰੀ ਕਰ ਸਕਦਾ, ਉਹ ਖੱਬਿਓਂ ਸੱਜੋਂ ਕਰੀ ਜਾਂਦਾ। ਸ਼ਰਾਬ ਦੇ ਵਿੱਚ ਤੁਹਾਨੂੰ ਸਭ ਨੂੰ ਪਤਾ ਵੱਡੇ ਵੱਡੇ ਲੀਡਰ ਜਿਹੜੇ ਆ ਉਹ ਇਨਡਾਇਰੈਕਟਲੀ ਹਿੱਸੇਦਾਰ ਬਣੇ ਹੋਏ ਆ। ਲੜਾਈ ਤਾਂ ਸਾਰੀ ਇਹੀ ਆ ਇਸ ਲਈ ਬਹੁਤ ਵੱਡਾ, ਕਿਉਂਕਿ ਸਰਕਾਰ ਤੇ ਕੰਟਰੋਲ ਨਹੀਂ ਆ, ਕਿਸੇ ਦਾ ਵੀ ਕਮਾਂਡ ਨਹੀਂ ਆ, ਇਸ ਕਰਕੇ ਬਹੁਤ ਵੱਡੇ ਵੱਡੇ ਕਪਲੇ ਦੇ। ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਇਸ ਮਾਮਲੇ ਤੇ ਇਸ ਸਰਕਾਰ ਨੂੰ ਅੱਗੇ ਚੱਲਣ ਦਾ ਕੋਈ ਹੱਕ ਨਹੀਂ, ਔਰ ਇਹਦੀ ਇਨਕੁਆਇਰੀ ਸੀਬੀਆਈ ਵਰਗੀ ਏਜੰਸੀ ਤੋਂ ਹੋਣੀ ਚਾਹੀਦੀ ਆ ਜਿਹੜੀ ਬਿਲਕੁਲ ਇੰਪਾਰਸ਼ੀਅਲ ਕੱਢੇ। ਇਹਦੇ ਵਿੱਚ ਹੈ ਕੀ ਆ ਇੰਨਾ ਵੱਡਾ ਲਾਸ ਜੀ ਸੂਦ ਸਾਹਿਬ ਜਿਹੜੀ ਗੱਲ ਤੇ ਸੂਦ ਸਾਹਿਬ ਜਿਹੜੀ ਗੱਲ ਤੇ ਮੈਂ ਆਉਣਾ ਚਾਹੁੰਦਾ ਸੀ, ਤੁਸੀਂ ਆ ਗਏ। ਮੈਂ ਬਡਾਲਾ ਸਾਹਿਬ ਕੋਲ ਜਾਣਾ। ਬਡਾਲਾ ਸਾਹਿਬ, ਸੂਦ ਸਾਹਿਬ ਨੇ ਤਾਂ ਜਿਹੜੀ ਗੱਲ ਹੈ ਆਪਦੇ ਨੁਕਤੇ ਦੀ ਕਰਤੀ ਕਿ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ, ਘੱਟੋ ਘੱਟ ਕੁਛ ਤਾਂ ਸਾਹਮਣੇ ਆਵੇ, ਤੇ ਤੁਸੀਂ ਕੀ ਕਹਿੰਦੇ ਹੋ? ਜੋ ਡਾਕਟਰ ਕੇਰ ਸਿੰਘ ਜੀ ਨੇ ਆਖਿਆ ਜੀ, ਪੰਜਾਬ ਦੇ ਅਤੇ ਪੰਜਾਬ ਦੇ ਸੱਭਿਆਚਾਰ, ਪੰਜਾਬ ਦੇ ਇਤਿਹਾਸ ਦੇ ਬਿਲਕੁਲ ਬਹੁਤ ਸਹੀ ਖੁਸ਼ੀ ਹੈ ਜੀ ਉਹਨਾਂ ਨੇ ਵਿਚਾਰ ਕੇ। ਪਹਿਲੀ ਗੱਲ ਤਾਂ ਮੈਂ ਕਹੀ ਜਿਹੜਾ ਆਪਣਾ ਹੀ ਹੈਗਾ ਮਾਹੌਲ ਲੋ ਜਾਂ ਪੰਜਾਬ ਦਾ ਜਿਹੜਾ ਕਲਚਰ ਆ ਉਹ ਗੋਆ ਨਾਲ ਸਕਦਾ, ਦਿੱਲੀ ਨਹੀਂ ਕਰ ਸਕਦਾ। ਜੋ ਗੋਆ ਹੋ ਸਕਦਾ ਦਿੱਲੀ ਚ ਹੋ ਸਕਦਾ, ਪੰਜਾਬ ਨਹੀਂ ਹੋ ਸਕਦਾ। ਐਵੇਂ ਆਪਾਂ ਭੁਲੇਖੇ ਨਾ ਰਹੀਏ। ਕੱਲ ਅਮਨ ਅਰੋੜਾ ਜੀ ਨੇ ਆਖੀ ਆ ਕਿ 2015-16 ਦਾ ਜਾਂ 14-15 ਦੇ ਫਿਗਰਸ ਵੀ ਇੱਕ ਸਾਲ ਭਾਜਪਾ ਸਰਕਾਰ ਵੇਲੇ ਸਾਡੇ ਜਿਹੜੀ ਹੈਗੀ ਰੈਵਨਿਊ ਘਟੀ ਆ ਐਕਸਾਈਜ਼ ਦੀ, 50 ਸਾਲਾਂ 'ਚ 1 ਸਾਲ ਘਟੀ ਆ ਮੰਨਦੇ ਆ, ਲੇਕਿਨ 4 ਸਾਲ ਵਧੀ ਆ। ਦੇਖੋ ਇਹ ਸਰਕਾਰ ਨੇ ਕੋਈ ਚੰਗੀ ਕਰਨੀ ਚਾਹੀਦੀ ਹੈ। ਅਗਲੀ ਗੱਲ ਜਿਹੜੀ ਹੁਣ ਆਪਾਂ ਮੌਕੇ ਤੇ ਆਈਏ, ਜਿਹੜਾ ਦੇਖੋ ਪ੍ਰਾਈਵੇਟ ਸੈਕਟਰ ਹੈ ਜੀ, ਪ੍ਰਾਈਵੇਟ ਸੈਕਟਰ ਨੂੰ ਅਗਰ ਆਪਾਂ ਟੋਟਲੀ ਬੰਦ ਕਰਕੇ ਪਾਸੇ ਕਰ ਦਈਏ ਤੇ ਇੰਟਰਸਟ ਤਾਂ ਸਾਰੇ ਆ। ਠੀਕ ਗੱਲ ਆ, ਅਰੋੜਾ ਜੀ ਨੇ ਕਈ ਵਾਰੀ ਪ੍ਰਾਈਵੇਟ ਬਿੱਲ ਲਿਆਂਦੇ ਉੱਥੇ ਅਸੈਂਬਲੀ 'ਚ, ਚਲੋ ਪ੍ਰਾਈਵੇਟ ਬਿੱਲ ਨਹੀਂ ਮੰਨਦਾ ਆਪਣੀ ਮਿਲਦੀ ਸਪੀਕਰ, ਲੇਕਿਨ ਕੱਲੀ ਇਹ ਕਾਂਗਰਸ, ਅਕਾਲੀ ਦਲ, ਬੀਜੇਪੀ, ਆਮ ਆਦਮੀ, ਇਹ ਦੇਖੋ ਪੋਲੀਟੀਕਲ ਸਿਸਟਮ ਆਪਣੇ ਇੰਡੀਆ ਦਾ ਇਸ ਹੱਦ ਤੱਕ ਖਰਾਬ ਹੋ ਗਿਆ ਕਿ ਕੋਈ ਪਾਰਟੀ ਹੋਵੇ, ਕੋਈ ਸੂਬਾ ਹੋਵੇ, ਸਾਰੇ ਹੀ ਪੋਲੀਟੀਕਲ ਲੀਡਰਸ ਦਾ ਕੋਈ ਨਾ ਕੋਈ ਲਾਲਚ ਪਿਆ ਕਿਸੇ ਨਾ ਕਿਸੇ ਕੰਮ ਵਿੱਚ। ਪੰਜਾਬ ਦੀ ਤਰਾਸਦੀ ਇਹ ਆ, ਵਾਲੀਆ ਸਾਹਿਬ ਪਹਿਲਾਂ ਸੈਂਡ ਮਾਫੀਆ, ਲੈਂਡ ਮਾਫੀਆ, ਕੇਬਲ ਮਾਫੀਆ, ਲਿਕਰ ਮਾਫੀਆ, ਆਪਾਂ ਮਾਫੀਆ ਤੋਂ ਬਾਹਰ ਨਹੀਂ ਨਿਕਲੇ ਜੀ। ਅਜੇ ਵੀ ਲੱਗਦਾ ਉਹਨੂੰ ਗੋਲੀ ਮਾਰਦੀ ਕੇਸ ਨੇ। ਸਾਰੀ ਦੁਨੀਆ ਦੇ ਵਿੱਚ ਇਸ ਗੱਲ ਦੀ ਹੋਈ ਹੈ, ਲੇਕਿਨ ਕਾਂਗਰਸ ਪਾਰਟੀ ਦੇ, ਸਰਕਾਰ ਦੇ ਨੇ ਬਹੁਤ ਸਕ ਇਹਨਾਂ ਦੀ ਵੱਡੀ ਬਲੰਡਰ ਜਦ ਕੈਬਨਿਟ ਮਿਨਿਸਟਰ ਕਰਨ ਵਾਲੀ ਸਾਹਿਬ ਮੇਰੇ ਖਿਆਲ ਨਾਲ ਇੰਡੀਪੈਂਡੈਂਟ ਇੰਡੀਆ ਦੇ ਵਿੱਚ ਪਹਿਲਾ ਐਗਜ਼ਾਮਪਲ ਹੋਊਗਾ। ਚਾਹੇ ਆਪਣੇ ਸੈਂਟਰਲ ਕੈਬਨਿਟ ਕਿਸੇ ਵੀ ਸੂਬਾ ਦੀ ਵਿੱਚ ਕਿਸੇ ਵਜ਼ੀਰ ਨੇ ਵਾਕਆਊਟ ਨਹੀਂ ਕੀਤਾ, ਇਹ ਬੜੀ ਵੱਡੀ ਨੋ ਕੰਫੀਡੈਂਸ ਆ, ਚਾਹੇ ਬਿਊਰੋਕ੍ਰੇਸੀ ਵਿੱਚ ਤੇ ਚਾਹੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਲੀਡਰਸ਼ਿਪ ਵਿੱਚ। ਇਹ ਜਾਪਦਾ ਕਿ ਵਾਸ ਨਹੀਂ, ਪੰਜਵਾਨ ਨੌਕਰਸ਼ਾਹਾਂ ਕੋਲੇ ਆ, ਅਫਸਰ ਸਿੰਘ ਕੋਲੇ ਆ, ਲੇਕਿਨ ਉਹ ਵੀ ਲਾਲਚ ਵਸ ਪੈ ਗਏ। ਪੰਜਾਬ ਨੂੰ ਚਾਹੀਦੇ ਆ ਨਿਰਸਵਾਰਥ ਲੀਡਰ ਜਿਹੜੇ ਆਪਣੇ ਆਪ ਤੋਂ ਉੱਪਰ ਉੱਠ ਕੇ ਇਮਾਨਦਾਰੀ ਨਾਲ ਨੇਕੀ ਨਾਲ ਕੰਮ ਕਰਨ ਲੋਕਾਂ ਵਾਸਤੇ। ਸੂਬੇ ਕਿਹੜੇ ਪੰਜਾਬ ਅੱਗੇ ਲੈ ਕੇ ਜਾਣਾ ਹੈ, ਇਹਦਾ ਰਿਜ਼ਲਟ ਵੀ ਆਜੂਗਾ, ਲੇਕਿਨ ਇਹਦੇ ਪਿੱਛੇ ਵਾਲੀਆ ਸਾਹਿਬ
ਜੀ ਬਡਾਲਾ ਸਾਹਿਬ ਤੁਹਾਡੀ ਆਵਾਜ਼ ਆ ਥੋੜੀ ਜਾਵੇ ਕੱਟਣ ਲੱਗ ਗਈ, ਪਰ ਤੁਹਾਡਾ ਪੁਆਇੰਟ ਆ ਗਿਆ। ਤੁਹਾਡੀ ਆਵਾਜ਼ ਥੋੜੀ ਕੱਟ ਰਹੀ ਹੈ, ਲੇਕਿਨ ਤੁਹਾਡਾ ਪੁਆਇੰਟ ਜ਼ਰੂਰ ਸਾਡੇ ਦਰਸ਼ਕਾਂ ਦੇ ਕੋਲ ਆ ਗਿਆ। ਡਾਕਟਰ ਕੇਰ ਸਿੰਘ ਜੀ, ਫਿਰ ਤੁਸੀਂ ਤਿੰਨੇ ਸਾਡੇ ਜਿਹੜੇ ਪੈਨਲਿਸਟ ਨੇ ਉਹਨਾਂ ਨੂੰ ਸੁਣਿਆ ਕਿ ਤੁਹਾਡੀ ਗੱਲ ਅਸੀਂ ਇਹ ਸਾਰੇ ਆਲਮੋਸਟ ਪਹਿਲੀ ਗੱਲ ਤਾਂ ਸਾਰੇ ਮੰਨਦੇ ਨੇ, ਲੇਕਿਨ ਬਡਾਲਾ ਸਾਹਿਬ ਨੇ ਜਿਹੜਾ ਇਸ਼ਾਰਾ ਕੀਤਾ ਕਿ ਪ੍ਰਾਈਵੇਟ ਸੈਕਟਰ ਨੂੰ ਪੂਰਾ ਨਹੀਂ, ਪਰ ਇਹ ਵੀ ਤਾਂ ਹੋ ਸਕਦਾ ਕਿ ਪ੍ਰਾਈਵੇਟ ਔਰ ਜਿਵੇਂ ਬਾਕੀ ਚੱਲਦਾ, ਜਿਵੇਂ ਹਸਪੀਟਲ ਚੱਲਦੇ ਨੇ, ਜਿਵੇਂ ਸਕੂਲ ਚੱਲਦੇ ਨੇ, ਇਸ ਤਰ੍ਹਾਂ ਪ੍ਰਾਈਵੇਟ ਔਰ ਪਬਲਿਕ ਸੈਕਟਰ ਵੀ ਬਣਾਇਆ ਜਾ ਸਕਦਾ। ਕੁਝ ਦੁਕਾਨਾਂ ਸਰਕਾਰ ਦੀਆਂ ਹੋਣ, ਕੁਝ ਜਿਹੜੀਆਂ ਪ੍ਰਾਈਵੇਟ ਹੋਣ, ਮੁਕਾਬਲਾ ਹੋ, ਚੰਗੀ ਕੁਆਲਿਟੀ ਮਿਲੂ। ਕੀ ਕਹੋਗੇ? ਵਾਲੀਆ ਸਾਹਿਬ, ਗੱਲ ਇਹ ਹੈ ਕਿ ਦੇਖੋ, ਜਦੋਂ ਕੋਈ ਕ੍ਰਾਈਸਿਸ ਤਾਂ ਮੌਕਾ ਵੀ ਹੁੰਦਾ ਹੈ। ਸਿਆਣੀਆਂ ਕੌਮਾਂ, ਸਿਆਣੇ ਲੋਕ ਜਿਹੜੇ ਹੈ ਉਹ ਕ੍ਰਾਈਸਿਸ 'ਚੋਂ ਕੁਝ ਸਿੱਖਦੇ ਹੈ। ਸਾਨੂੰ ਇਹ 'ਚੋਂ ਸਿੱਖਣ ਦੀ ਲੋੜ ਹੈ ਕਿ ਜਿਹੜੇ ਇੰਸਟੀਟਿਊਸ਼ਨਸ ਜਿਹੜੇ ਇਸ ਵੇਲੇ ਠੀਕ ਕੰਮ ਨਹੀਂ ਕਰ ਰਹੇ, ਜਿਹੜੀਆਂ ਸੰਸਥਾਵਾਂ ਦੇ ਪਬਲਿਕ ਹਿੱਤ ਸਾਡਾ ਉਹ ਪੂਰਾ ਨਹੀਂ ਹੋ ਰਿਹਾ, ਜਨਤਕ ਹਿੱਤ ਨਹੀਂ ਪੂਰਾ ਹੋ ਰਿਹਾ, ਨਾ ਜਨਤਕ ਸਿਹਤ ਦਾ ਧਿਆਨ ਰੱਖਿਆ ਜਾ ਰਿਹਾ, ਤੇ ਜਨਤਕ ਹਿੱਤ ਦੇ ਥਾਂ ਨਿੱਜੀ ਮਫਾਦ ਜਿਹੜਾ ਉਹ ਅੱਗੇ ਆ ਗਿਆ ਹੋਇਆ, ਤਾਂ ਉਹ ਸਾਰੇ ਆਪਾਂ ਇਹਦੇ ਨਾਲ ਸਹਿਮਤ ਹੈ। ਗੱਲ ਇਹ ਹੈ ਵੀ ਇਹ 'ਚੋਂ ਨਿਕਲਿਆ ਕਿਵੇਂ ਜਾਵੇ, ਤਾਂ ਮੈਨੂੰ ਲੱਗਦਾ ਇਹ ਹੈ ਕਿ ਇਹ ਸਾਰੇ ਦੀ ਪੜਚੋਲ ਦੀ ਲੋੜ ਹੈ। ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ, ਇਹਨੂੰ ਹੋਊ ਪਰੇ ਗੱਲ ਨਾ ਕੀਤੀ ਜਾਏ, ਉਰੇ ਪਰੇ ਨਾ ਕੀਤਾ ਜਾਏ। ਇਹ ਮਸਲੇ ਨੂੰ ਬਹੁਤ ਹੀ ਸੀਰੀਅਸਲੀ ਵਿਚਾਰਨ ਦੀ ਲੋੜ ਹੈ। ਇਹਨੂੰ ਵਿਚਾਰਨ ਵਾਸਤੇ ਮੈਂ ਸਮਝਦਾ ਹਾਂ ਕਿ ਇਹ ਕੋਈ ਤਰੀਕਾ ਤੇ ਲੱਭਣਾ ਹੀ ਚਾਹੀਦਾ ਹੈ, ਚਾਹੇ ਕੇਂਦਰ ਦੀ ਸਰਕਾਰ ਕਰੇ, ਚਾਹੇ ਜੁਡੀਸ਼ਰੀ ਕਰੇ, ਤੇ ਚਾਹੇ ਅਮਰਿੰਦਰ ਸਿੰਘ ਹੁਣੀ ਖੁਦ ਕਰਨ, ਵੀ ਉਹ ਇਹਦੀ ਪੁਣਛਾਣ ਜ਼ਰੂਰ ਕਰਨ, ਇਹਦੀ ਪੜਤਾਲ ਜ਼ਰੂਰ ਹੋਣੀ ਚਾਹੀਦੀ ਆ। ਉਹ ਨਤੀਜਾ ਇਹ ਨਿਕਲਣਾ ਚਾਹੀਦਾ ਹੈ ਵੀ ਕਿਸ ਕਿਸਮ ਦਾ ਇੰਸਟੀਟਿਊਸ਼ਨ ਬਣਾਏ ਜਾਣ ਜਿਹਦੇ ਵਿੱਚੋਂ ਪਬਲਿਕ ਫੰਡ ਜਿਹੜੀ ਆ ਉਹ ਲੀਕੇਜ ਘੱਟ ਤੋਂ ਘੱਟ ਹੋਏ, ਔਰ ਜਨਤਕ ਹਿੱਤ ਜਿਹੜਾ ਹੈ ਉਹਦਾ ਧਿਆਨ ਰੱਖਦੇ ਹੋਏ। ਮਤਲਬ ਇਹ ਆ ਵੀ ਇਹਦਾ ਇਹ ਨਾ ਹੋਵੇ ਕਿ ਆਪਾਂ ਇੱਕ ਦੂਸ਼ਣਬਾਜ਼ੀ ਇੱਕ ਦੂਜੇ ਤੇ ਕਰਦੇ ਰਹੀਏ। ਜਿਸ ਤਰ੍ਹਾਂ ਵਡਾਲਾ ਸਾਹਿਬ ਕਹਿ ਰਹੇ ਸੀਗੇ, ਉਹ ਮੈਨੂੰ ਗੱਲ ਠੀਕ ਲੱਗੀ ਹੈ। ਸਿਆਸੀ ਤੌਰ ਆਪਾਂ ਇੱਕ ਪਾਰਟੀ ਦੂਸਰੀ ਪਾਰਟੀ ਦਾ ਨੁਕਸ ਕੱਢੀ ਜਾਊਗੀ, ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰੀ ਜਾਊਗੀ, ਉਹ ਜ਼ਰੂਰੀ ਹੈ, ਉਹ ਵੀ ਹੁੰਦਾ। ਪਰ ਮੈਂ ਸਮਝਦਾ ਕਿ ਸਮੱਸਿਆ ਇਹ ਇੰਸਟੀਟਿਊਸ਼ਨਲ ਹੈ। ਜਦੋਂ ਇੰਸਟੀਟਿਊਸ਼ਨਲ ਸਮੱਸਿਆ ਹੋਏ, ਜਦੋਂ ਸਿਆਸੀ ਜਮਾਤ, ਸਮੁੱਚੀ ਸਿਆਸੀ ਜਮਾਤ ਜਿਹੜੀ ਹੈ ਉਹ ਤੇ ਕੁਐਸਚਨ ਮਾਰਕ ਹੋ ਜਾਏ, ਤਾਂ ਫਿਰ ਸਾਨੂੰ ਇੰਸਟੀਟਿਊਸ਼ਨ ਇਹੋ ਜਿਹੇ ਸਿਰਜਣੇ ਚਾਹੀਦੇ ਹੈ ਵਾਲੀਆ ਸਾਹਿਬ, ਜਿਹਦੇ ਵਿੱਚ ਮਨੁੱਖ ਉਹਦੇ ਵਿੱਚ ਦਖਲ ਅੰਦਾਜ਼ੀ ਘੱਟ ਹੋਏ, ਔਰ ਇੰਸਟੀਟਿਊਸ਼ਨ ਮਜ਼ਬੂਤ ਇਹੋ ਜਿਹਾ ਸਿਰਜਿਆ ਜਾਏ। ਇਹਦੇ ਬਾਰੇ ਬਹੁਤ ਹੀ ਸੀਰੀਅਸਲੀ ਸੋਚਣ ਦੀ ਲੋੜ ਹੈ, ਔਰ ਮੈਂ ਸਮਝਦਾ ਕਿ ਇਹ ਮੌਕਾ ਸਾਨੂੰ ਦੇਵਨੇਤ ਮਿਲ ਗਿਆ ਹੋਇਆ। ਇਸ ਵੇਲੇ ਗੰਭੀਰ ਕਨਸਟੀਟਿਊਸ਼ਨਲ ਕ੍ਰਾਈਸਿਸ ਹੈ, ਜਿੱਥੇ ਮੈਂ ਸਮਝਦਾ ਕਿ ਟਾਪ ਬਿਊਰੋਕ੍ਰੇਸੀ ਔਰ ਪੋਲੀਟੀਸ਼ੀਅਨ ਦੇ ਟਾਪ ਪੋਲੀਟੀਸ਼ੀਅਨ ਉਹਨਾਂ ਦੇ ਵਿੱਚ ਟਕਰਾਓ ਹੈ। ਤੇ ਇਦੋਂ ਵਧੀਆ ਮੌਕਾ ਸਾਡੇ ਕੋਲ ਹੋਰ ਕੀ ਹੈ ਕਿ ਅਸੀਂ ਇਹਨੂੰ ਪੂਰੇ ਧਿਆਨ ਨਾਲ ਕੂਲੀ ਨਜਿੱਠੀਏ ਔਰ ਦੇਖੀਏ ਕਿ ਇਹਦੇ ਚੋਂ ਕੀ ਸਬਕ ਅਸੀਂ ਸਿੱਖ ਸਕਦੇ ਹਾਂ। ਸਿੱਖ ਲਈਏ ਤੇ ਕੋਈ ਹੈ, ਨਹੀਂ ਤੇ ਫਿਰ ਦੂਸ਼ਣਬਾਜ਼ੀ ਤੇ ਚੱਲਦੀ ਰਹਿੰਦੀ ਵਾਲੀਆ ਸਾਹਿਬ, ਉਹਦਾ ਤੇ ਕੋਈ ਅੰਤ ਹੈ ਨਹੀਂਗਾ। ਇੱਕ ਪਾਰਟੀ ਦੂਸਰੀ ਤੇ ਜਿਹਦਾ ਸਰਕਾਰ ਹੋਊਗੀ, ਦੂਸਰੀ ਜਿਹੜੀ ਆਪੋਜੀਸ਼ਨ ਵਾਲੀ ਪਾਰਟੀ ਹੈਗੀ ਉਹ ਨੁਕਸ ਕੱਢੀ ਜਾਊਗੀ। ਚੰਗਾ ਤੇ ਇਹ ਹੈ ਕਿ ਮੈਨੂੰ ਜੇ ਤੁਸੀਂ ਇਹ ਆਗਿਆ ਦਿੱਤੀ ਹੈ ਕਿ ਮੈਂ ਆਪਣੀ ਰਾਏ ਦਿਆਂ, ਤੇ ਮੈਂ ਸਮਝਦਾ ਵਾਸਤੇ ਤੇ ਠੀਕ ਕਿਸਮ ਦੇ ਇੰਸਟੀਟਿਊਸ਼ਨ ਹੀ ਸਿਰਜਣੇ ਪੈਣਗੇ। ਔਰ ਠੀਕ ਇੰਸਟੀਟਿਊਸ਼ਨ ਕਿਹੋ ਜਿਹੇ ਹੋਣ, ਇਹ ਕ੍ਰਾਈਸਿਸ ਸਾਡੇ ਸਾਹਮਣੇ ਆਇਆ, ਔਰ ਇਸ ਕ੍ਰਾਈਸਿਸ ਵਾਸਤੇ ਇਹਦੇ ਜ਼ਰੂਰ ਹੀ ਪਹੁੰਚਾਣ ਕਰਨੀ ਚਾਹੀਦੀ ਹੈ। ਚਾਹੇ ਕੈਪਟਨ ਅਮਰਿੰਦਰ ਸਿੰਘ ਹੁਣੀ ਖੁਦ ਕਰਨ, ਚਾਹੇ ਸੈਂਟਰ ਦੀ ਸਰਕਾਰ ਕਰੇ, ਚਾਹੇ ਜੁਡੀਸ਼ਰੀ ਵੱਲੋਂ ਲਿਆ ਜਾਏ, ਚਾਹੇ ਪਬਲਿਕ ਕੋਈ ਇੰਟਰਸਟ ਜਿਹੜੀ ਕੋਈ NGO ਹੈ ਉਹ ਕਾਲ ਦੇਵੇ ਕਿ ਅਸੀਂ ਇਹ ਸਾਰੀ ਦੀ ਗੱਲ ਦੀ ਪੁਣਛਾਣ ਕਰਨੀ ਹੈ। ਪੁਣਛਾਣ ਕਰਕੇ ਤੇ ਆਪਣੀ ਰਾਏ ਇਹਦੇ ਬਾਰੇ ਦੇਵੇ, ਇਹ ਬਹੁਤ ਜ਼ਰੂਰੀ ਹੈ ਵਾਲੀਆ ਸਾਹਿਬ ਜੀ। ਪਿਆਰੇ ਦਰਸ਼ਕੋ, ਤੁਸੀਂ ਇੱਕ ਗੱਲ ਜਿਹੜੀ ਡਾਕਟਰ ਕੇਰ ਸਿੰਘ ਨੇ ਕਹੀ, ਸੂਦ ਸਾਹਿਬ ਨੇ ਵੀ ਖਾਸ ਤੌਰ ਤੇ ਇਸ ਮੁੱਦੇ ਨੂੰ ਉਠਾਇਆ ਕਿ ਜਾਂਚ ਹੋਣੀ ਚਾਹੀਦੀ ਹੈ। ਜਾਂਚ ਤਾਂ ਲਗਾਤਾਰ, ਮੇਰਾ ਖਿਆਲ ਹੈ ਆਮ ਆਦਮੀ ਪਾਰਟੀ ਵੀ ਇਹ ਤੋਂ ਮੁਨਕਰ ਨਹੀਂ ਹੋਏਗੀ, ਨਾ ਹੀ ਬਡਾਲਾ ਸਾਹਿਬ ਕਹਿੰਦੇ ਕਿ ਵੀ ਇਹ ਜੋ ਕੁਝ ਹੋਇਆ CBI ਦੀ ਜਾਂਚ, ਜਾਂ ਜਿਵੇਂ ਡਾਕਟਰ ਕੇਰ ਸਿੰਘ ਨੇ ਕਿਹਾ ਚਾਹੇ ਲੋਕ ਕਰਨ। ਦੇਖੋ ਡਾਕਟਰ ਸਾਹਿਬ, ਲੋਕ ਤਾਂ ਹੁਣ ਇਹ ਜਿਹੜਾ ਕੁਛ ਹੈ, ਬਿਲਕੁਲ ਮੈਂ ਸਪਸ਼ਟ ਕਹਿਣਾ ਹੈ ਕਿ ਪਹਿਲਾਂ ਨਾਲੋਂ ਸਿਸਟਮ ਬਦਲ ਰਿਹਾ ਹੈ। ਇਹ ਸਿਆਸਤਦਾਨਾਂ ਨੂੰ ਵੀ ਸੋਚ ਲੈਣਾ ਚਾਹੀਦਾ ਹੈ ਕਿ ਲੋਕ ਹੁਣ ਹਰ ਇੱਕ ਚੀਜ਼ ਦਾ ਹਿਸਾਬ ਰੱਖ ਰਹੇ ਨੇ, ਲੋਕ ਦੇਖ ਰਹੇ ਨੇ, ਲੋਕ ਨੋਟ ਕਰ ਰਹੇ ਨੇ। ਸੋਸ਼ਲ ਮੀਡੀਆ ਇਸ ਤਰ੍ਹਾਂ ਜਿਸ ਤਰੀਕੇ ਨਾਲ ਚੱਲ ਰਿਹਾ ਹੈ, ਕਾਫੀ ਹੱਦ ਤੱਕ ਇਸ ਗੱਲ ਦੇ ਵਿੱਚ ਉਹ ਸ਼ਾਮਲ ਹੈ ਕਿ ਉਹ ਆਉਣ ਵਾਲੇ 2, 2.5, 3 ਸਾਲ ਦੇ ਵਿੱਚ ਕਈ ਕਿਸਮ ਦੇ ਨਿਰਣੇ ਇਹੋ ਜਿਹੇ ਕਰੂਗਾ ਜਿਹੜੇ ਸਿਆਸਤਦਾਨਾਂ ਨੂੰ
ਇਹ ਮਜਬੂਰ ਕਰਨਗੇ ਵੀ ਜੇ ਕੰਮ ਕਰਨਾ ਹੈ ਤਾਂ ਹੀ ਲੋਕਾਂ 'ਚ ਜਾ ਸਕਾਂਗੇ, ਅਦਰਵਾਈਜ਼ ਨਹੀਂ। ਪਰ ਜੋ ਇਹ ਮਸਲਾ ਹੈ ਜਿਹਨੂੰ ਕਨਸਟੀਟਿਊਸ਼ਨਲ ਕ੍ਰਾਈਸਿਸ ਕਹਿ ਲਓ, ਸੰਵਿਧਾਨਕ ਸੰਕਟ ਕਹਿ ਲਓ ਜਾਂ ਦੂਜਾ ਸੰਕਟ ਕਹਿ ਲਓ, ਲੇਕਿਨ ਇਸ ਕਿਸਮ ਦੇ ਸੰਕਟ ਤੋਂ ਜੇ ਨਿਜਾਤ ਪਾਉਣੀ ਹੈ ਤਾਂ ਸੱਚਮੁੱਚ ਹੀ ਇਮੀਡੀਏਟ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਨਾ ਕੋਈ ਸਟੈਪ ਜਿਹੜਾ ਲੈਣਾ ਪੈਣਾ ਹੈ, ਤੇ ਸਟੈਪ ਉਹਨਾਂ ਨੇ ਹਾਲ ਤੱਕ ਨਹੀਂ ਲਿਆ। ਉਹਨਾਂ ਨੇ ਮੰਤਰੀਆਂ ਨੂੰ ਪਲੋਸ਼ਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਦੋਂ ਮੰਤਰੀਆਂ ਦਾ ਜਿਵੇਂ ਟਕਰਾਅ ਹੋਇਆ, ਤੇ ਜਿਵੇਂ ਕੱਲ ਮੀਡੀਆ 'ਚ ਇੱਕ MLA ਕਹਿ ਰਿਹਾ ਹੈ ਕਿ ਅਸੀਂ ਸਾਰੇ ਦਲਿਤ ਇਕੱਠੇ ਹੋਵਾਂਗੇ, ਮੈਨੂੰ ਹੈਰਾਨੀ ਹੋਈ ਜਦੋਂ ਇੱਕ ਐਸੀ MLA ਜਿਹੜੀ ਬਿਲਕੁਲ ਆਪੋਜੀਸ਼ਨ 'ਚ ਹੈ ਪਰ ਹੋਰ ਪਾਰਟੀ 'ਚ ਹੈ, ਉਹ ਵੀ ਕਹਿ ਰਹੀ ਹੈ ਕਿ ਸਾਡੇ ਭਾਈਚਾਰੇ ਨਾਲ ਆਏ ਹੋ ਜੇ। ਤੇ ਇਹ ਜਿਹੜਾ ਇਸ ਕਿਸਮ ਦੀ ਲਾਮਬੰਦੀ ਸਾਡੇ ਦੇਸ਼ ਲਈ ਠੀਕ ਨਹੀਂ। ਪਰ ਜੋ ਕੁਝ ਹੋ ਰਿਹਾ ਹੈ ਉਹ ਤੁਹਾਡੇ ਸਾਹਮਣੇ ਹੈ, ਉਹ ਪਿਆਰੇ ਦਰਸ਼ਕੋ ਤੁਸੀਂ ਇਸ ਨੂੰ ਸਹੀ ਤਰੀਕੇ ਨਾਲ ਦੇਖੋਗੇ। ਅੱਜ ਦੇ ਇਸ ਪ੍ਰੋਗਰਾਮ 'ਚ ਅਮਨ ਅਰੋੜਾ ਜੀ ਔਰ ਤੀਕਸ਼ਣ ਸੂਦ ਜੀ, ਡਾਕਟਰ ਕੇਰ ਸਿੰਘ ਜੀ ਔਰ ਗੁਰਪ੍ਰਤਾਪ ਸਿੰਘ ਬਡਾਲਾ ਸਾਹਿਬ, ਤੁਸੀਂ ਆਏ। ਸੱਚਮੁੱਚ ਹੀ ਤੁਸੀਂ ਬਹੁਤ ਅਹਿਮ ਨੁਕਤੇ ਦਿੱਤੇ ਨੇ। ਸਾਡੀ ਕੋਸ਼ਿਸ਼ ਇਸ ਪ੍ਰੋਗਰਾਮ ਰਾਹੀਂ ਇਹ ਹੁੰਦੀ ਹੈ ਕਿ ਅਸੀਂ ਕੁਛ ਨਾ ਕੁਛ ਆਈਡੀਆਜ਼ ਦੇ ਸਕੀਏ, ਕੁਛ ਸਰਕਾਰ ਦੇ ਅੱਗੇ ਸੁਝਾਅ ਰੱਖ ਸਕੀਏ, ਜਿੱਤੇ ਸਰਕਾਰ ਜਿਹੜੀ ਹੈ ਉਹ ਗੌਰ ਕਰੇ, ਸ਼ਾਇਦ ਉਹਨੂੰ ਕੁਛ ਮਿਲੇ। ਜਿਵੇਂ ਅੱਜ ਦੀ ਡਿਸਕਸ਼ਨ 'ਚ ਅਸੀਂ ਕਿਹਾ ਕਿ ਦਿੱਲੀ ਦਾ ਮਾਡਲ ਲੈ ਲਓ ਜਾਂ ਕੋਈ ਹੋਰ ਮਾਡਲ ਲੈ ਲਓ, ਘੱਟੋ ਘੱਟ ਇਹ ਜਿਹੜਾ ਹੈ ਇਸ ਕਿਸਮ ਦੇ ਮਾਫੀਏ ਤੋਂ ਸਟੇਟ ਤੋਂ ਬਚਾਓ ਔਰ ਸਟੇਟ ਦੀ ਇਨਕਮ ਨੂੰ ਬਚਾਓ। ਤੁਸੀਂ ਅੱਜ ਆਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਪਿਆਰੇ ਦਰਸ਼ਕੋ, ਤੁਸੀਂ ਸਾਡੇ ਨਾਲ ਜੁੜਦੇ ਹੋ ਔਰ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਕੱਲ ਸਵੇਰੇ ਆਪਾਂ ਮਿਲਣਾ ਹੈ 8:40 ਤੇ ਪ੍ਰੋਗਰਾਮ ਖਬਰ ਤੇ ਨਜ਼ਰ ਹਰਜਿੰਦਰ ਵਾਲੀਆ ਸ਼ੋਅ 'ਚ। ਕੱਲ ਸ਼ਾਮ ਨੂੰ ਫਿਰ ਮਿਲਾਂਗੇ ਚਰਚਾ ਦੇ ਵਿੱਚ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।